ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਮੇਘ ਰਾਗ ਅਸ਼ਟਪਦੀ। ਦੇਵ ਸਭਾ ਸਭ ਭਈ ਇਕਤਰਾ, ਸਚੀ ਨਾਥ ਕੇ ਦੁਆਰੇ। 60 ਪਦਮ ਭਟ ਬੀਰ ਧਨੁਰ ਤਰ, ਲੋਕ ਲੋਕ ਕੇ ਨਿਆਰੇ। ਦੇਵ ਸਭਾ ਸਭ ਭਈ ਇਕਤਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਗਰ ਕੈਰੋਂ ਵਿਖੇ ਮਹਾਨ ਰਹਿਮਤਾਂ ਵਰਤਾ ਰਹੇ ਨੇ। ਜੋ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਮਹਾਰਾਜ ਸਾਹਿਬ ਜੀ ਇਸ ਨਗਰ ਦੇ ਵਿੱਚ ਪੂਰੀਆਂ ਕਰਵਾ ਰਹੇ ਨੇ। ਜਿੱਥੇ ਗੁਰੂ ਖਾਲਸਾ ਜੀ ਬਾਬਾ ਠਾਕੁਰ ਸਿੰਘ ਜੀ ਗੁਰਮਤਿ ਵਿਦਿਆਲਾ ਕੈਰੋਂ, ਇਸ ਵਿਦਿਆਲੇ ਦੇ ਵੱਡੇ ਭਾਗ ਹਨ। ਉੱਥੇ ਨਗਰ ਦੇ ਵੱਡੇ ਭਾਗ ਨੇ ਜੋ ਸਤਿਗੁਰੂ ਸਾਹਿਬ ਜੀ ਦੀ ਮਹਾਨ ਕਥਾ ਪਹਿਲੀ ਵਾਰ ਇਸ ਨਗਰ ਦੇ ਵਿੱਚ ਸੰਪੂਰਨ ਹੋ ਜਾ ਰਹੀ ਹੈ। ਕਿਉਂਕਿ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਬਹੁਤ ਸਾਰੇ ਗੁਣੀ ਗਿਆਨੀ ਮਹਾਂਪੁਰਖਾਂ ਨੇ ਕੀਤੀ, ਪਰ ਸੰਪੂਰਨ ਰੂਪ ਵਿੱਚ ਕਥਾ ਕਿਸੇ ਇੱਕ ਸਥਾਨ ਦੇ ਉੱਪਰ ਨਹੀਂ ਹੋਈ ਅਜੇ ਤੱਕ। ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੈ ਜੋ ਇਹ ਕੈਰੋਂ ਨਗਰ ਵਿਖੇ ਇਹ ਕਥਾ ਪੂਰੀ ਹੋਣ ਜਾ ਰਹੀ ਹੈ। ਸੋ ਮੱਧ ਭਾਗ ਦੇ ਲਾਗੇ ਆਪ ਜੀ ਇਹ ਕਥਾ ਸਰਵਣ ਕਰ ਰਹੇ ਹੋ। ਮਹਾਰਾਜ ਕਲਗੀਧਰ ਜੀ ਨੇ ਇਹ ਜੋ ਵਖਿਆਨ ਚੱਲ ਰਿਹਾ ਹੈ ਬੀਰਜਨਾਦ ਅਤੇ ਸਰਬਲੋ ਦਾ, ਇਸ ਵਖਿਆਨ ਦਾ ਮੁੱਢ ਦੱਸਿਆ ਹੈ। ਕਿਉਂਕਿ ਕੁਝ ਗ੍ਰੰਥ ਹੁੰਦੇ ਨੇ ਉਹਨਾਂ ਦਾ ਮੁੱਢ ਪ੍ਰਾਰੰਭ ਵਿੱਚ ਲਿਖਿਆ ਹੁੰਦਾ ਏ, ਕੁਝ ਗ੍ਰੰਥ ਹੁੰਦੇ ਨੇ ਉਹਨਾਂ ਦੇ ਕੇਂਦਰੀ ਭਾਵ ਨੂੰ ਅਖੀਰ ਤੇ ਜਾ ਕਰਕੇ ਵਰਣਨ ਕੀਤਾ ਹੁੰਦਾ ਏ। ਮਹਾਰਾਜ ਕਲਗੀਧਰ ਜੀ ਨੇ ਸਰਬਲੋ ਪ੍ਰਕਾਸ਼ ਗ੍ਰੰਥ ਦਾ ਕੇਂਦਰ, ਸਰਬਲੋ ਪ੍ਰਕਾਸ਼ ਗ੍ਰੰਥ ਦਾ ਜੋ ਮੱਧਿਆ ਭਾਗ ਹੈ ਉੱਥੇ ਮਹਾਰਾਜ ਕਲਗੀਧਰ ਜੀ ਨੇ ਲਿਖਿਆ ਹੈ। ਕਿਉਂਕਿ ਜੋ ਮੱਧਿਆ ਭਾਗ ਹੁੰਦਾ ਏ ਉਹ ਗ੍ਰੰਥ ਦਾ ਕੇਂਦਰੀ ਭਾਵ ਹੁੰਦਾ ਏ। ਮੱਧਿਆ ਭਾਗ ਦੇ ਵਿੱਚ ਮਹਾਰਾਜ ਕਲਗੀਧਰ ਜੀ ਨੇ ਇਹ ਕੇਂਦਰੀ ਭਾਵ ਲਿਖਿਆ ਏ ਕਿ ਬੀਰਜਨਾਦ ਦੈਂਤ ਸੰਸਾਰ ਦੇ ਉੱਪਰ ਪੈਦਾ ਕਿਉਂ ਹੋਇਆ ਤੇ ਸਰਬਲੋ ਭਗਵਾਨ ਨੇ ਜਗਤ ਦੇ ਉੱਪਰ ਅਵਤਾਰ ਧਾਰਿਆ ਤੇ ਉਹ ਬੀਰਜਨਾਦ ਦਾ ਅੰਤ ਕੀਤਾ। ਦਰਅਸਲ ਦੇ ਵਿੱਚ ਸਾਰਾ ਮਸਲਾ ਕੀ ਸੀ ਉਹ ਕਥਾ ਮਹਾਰਾਜ ਕਲਗੀਧਰ ਜੀ ਆਪ ਸੰਗਤਾਂ ਨੂੰ ਸੁਣਾ ਰਹੇ ਨੇ। ਸੰਸਾਰ ਦੇ ਉੱਪਰ ਇੱਕ ਵਾਰ ਕਾਲੰਕਾ ਦੈਂਤ ਪੈਦਾ ਹੋਇਆ। ਉਹ ਸਵਾਸ ਆਪਣੇ ਤਾਂ ਨੂੰ ਖਿੱਚਦਾ ਸੀ ਤੇ ਜੋ ਉਹਦੇ ਸਾਹਮਣੇ ਬਨਸਪਤੀ ਆਉਂਦੀ, ਜੀਵ ਆਉਂਦੀ, ਰਾਖਸ਼ ਆਉਂਦੇ, ਦੇਵਤੇ ਆਉਂਦੇ, ਉਹਨਾਂ ਸਾਰਿਆਂ ਨੂੰ ਆਪਣੇ ਮੂੰਹ ਵਿੱਚ ਖਿੱਚੀ ਜਾਂਦਾ ਸੀ। ਪਹਿਲਾਂ ਮਾਤ ਲੋਕ ਦੇ ਉੱਪਰ ਉਹਨੇ ਆਪਣਾ ਆਤੰਕ ਮਚਾਇਆ, ਫਿਰ ਉਹ ਸਵਰਗਾਂ ਦੀ ਤਰਫ ਨੂੰ ਗਿਆ। ਇਹ ਦੇਵਤਿਆਂ ਨੂੰ ਜਾ ਕਰਕੇ ਉਹਨੇ ਮਾਰਿਆ, ਦੇਵਤਿਆਂ ਦੀ ਮਿੱਝ ਕੱਢੀ, ਦੇਵਤਿਆਂ ਦੀਆਂ ਘਰਵਾਲੀਆਂ ਦੇ ਨਾਲ ਦੁਰਕਰਮ ਕੀਤਾ ਤੇ ਸਾਰੇ ਦੇਵਤੇ ਬੜੇ ਦੁਖੀ ਹੋਏ ਤੇ ਇੰਦਰ ਦੇ ਕੋਲ ਗਏ ਨੇ। ਕਿਉਂਕਿ ਇੰਦਰ ਉਹਨਾਂ ਦਾ ਸੁਆਮੀ ਸੀ ਤੇ ਜਾ ਕਰਕੇ ਬੇਨਤੀਆਂ ਕੀਤੀਆਂ ਸਾਡੀ ਰੱਖਿਆ ਕਰੋ। ਤੇ ਉਸ ਵਕਤ ਦੀ ਜੋ ਕਥਾ ਹੈ ਮਹਾਰਾਜ ਕਲਗੀਧਰ ਜੀ ਕਿਰਪਾ ਕਰ ਰਹੇ ਨੇ
ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ। ਬਿਸਨ ਪਦ ਮੇਘ ਰਾਗ ਅਸ਼ਟਪਦੀ, ਦੇਵ ਸਭਾ ਸਭ ਭਈ ਇਕਤਰਾ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਸਾਰੀ ਦੇਵਤਿਆਂ ਦੀ ਸਭਾ ਲੱਗੀ ਹੈ। ਜਿੰਨੇ ਵੀ ਵੱਡੇ ਤੇ ਨਿੱਕੇ ਦੇਵਤੇ ਹਨ ਉਹ ਸਾਰੇ ਇਕੱਠੇ ਹੋਏ ਨੇ। ਇੰਦਰ ਰਾਜ ਤਖਤੇ ਤੇ ਸ਼ੁਭਾਇਮਾਨ ਹੈ। ਸਚੀ ਨਾਥ ਕੇ ਦੁਆਰੇ, ਸਚੀ ਨਾਥ ਸਚੀ ਗੁਰੂ ਖਾਲਸਾ ਜੀ ਇੰਦਰ ਦੀ ਘਰਵਾਲੀ ਨੂੰ ਕਹਿੰਦੇ ਨੇ। ਤੇ ਇੰਦਰ ਦੀ ਘਰਵਾਲੀ ਦਾ ਮਾਲਕ ਭਾਵ ਇੰਦਰ ਦੇ ਦਰਵਾਜ਼ੇ ਦੇ ਉੱਪਰ ਸਾਰੇ ਹੀ ਦੇਵੀ ਦੇਵਤੇ ਇਕੱਠੇ ਹੋਏ ਨੇ, ਸਭਾ ਵਿੱਚ ਬੈਠੇ ਨੇ। ਤੇ ਤਖਤੇ ਦੇ ਉੱਪਰ ਇੰਦਰ ਆਪਣੀ ਘਰਵਾਲੀ ਦੇ ਨਾਲ ਸ਼ੁਭਾਇਮਾਨ ਹੋ ਕਰਕੇ ਤੇ ਦੇਵ ਸਭਾ ਦਾ ਚੰਗਾ ਸੰਚਾਲਨ ਕਰਦਾ ਪਿਆ ਹੈ। 60 ਪਦਮ ਭਟ ਬੀਰ ਧਨੁਰ ਧਰ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿੱਥੇ ਉੱਥੇ ਦੇਵਤੇ ਸਨ ਤੇ ਉੱਥੇ ਉੱਚ ਕੋਟੀ ਦੇ ਸੂਰਮੇ ਵੀ ਬੈਠੇ ਸਨ। 60 ਪਦਮ ਸੂਰਮੇ ਬੈਠੇ ਸਨ ਧਨਖ ਧਾਰੀ, ਜਿਹੜੇ ਤੀਰ ਚਲਾਉਣ ਦੇ ਵਿੱਚ ਚੰਗੇ ਮਾਹਰ ਸਨ। ਤੀਰ ਅੰਦਾਜ਼ੀ ਕਰਨ ਵਾਲੇ ਸੂਰਮੇ, ਉਹਨਾਂ ਦੀ ਗਿਣਤੀ ਮਹਾਰਾਜ ਕਲਗੀਧਰ ਜੀ 60 ਪਦਮ ਦੱਸਦੇ ਪਏ ਨੇ। ਹਾਂਜੀ, ਲੋਕ ਲੋਕ ਕੇ ਨਿਆਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਲੋਕ ਪਰਲੋਕ ਦੇ ਵੱਖੋ ਵੱਖਰੇ ਥਾਵਾਂ ਤੋਂ, ਕੋਈ ਮਾਤ ਲੋਕ ਤੋਂ ਆਇਆ ਈ, ਕੋਈ ਪਤਾਲ ਲੋਕ ਤੋਂ ਆਇਆ ਈ, ਕੋਈ ਚੰਦਰਪੁਰੀ ਤੋਂ ਆਇਆ ਈ। ਸਾਰੇ ਹੀ ਇਕੱਠੇ ਹੋਏ ਹਨ ਇੰਦਰ ਦੀ ਸਭਾ ਦੇ ਵਿੱਚ। ਠੌਰ ਠੌਰ ਮੂੰਦਤ ਸੁਰ ਪੌਰਨ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਥਾਂ ਪਰ ਥਾਂ ਤੇ ਪਹਿਰੇ ਲੱਗ ਗਏ ਨੇ। ਸਾਰਿਆਂ ਨੇ ਆਪੋ ਆਪਣੀਆਂ ਪੁਰੀਆਂ ਦੇ ਮੁੱਖ ਦਰਵਾਜ਼ੇ ਬੰਦ ਕਰ ਦਿੱਤੇ ਨੇ ਦੇਵਤਿਆਂ ਨੇ। ਪੌਰਨ ਦਾ ਅਰਥ ਹੁੰਦਾ ਏ ਦਰਵਾਜ਼ੇ ਤੇ ਮੂੰਦਤ ਦਾ ਅਰਥ ਹੁੰਦਾ ਏ ਬੰਦ ਕਰ ਦਿੱਤੇ ਨੇ। ਚੰਦਰਮੇ ਨੇ ਚੰਦਰਪੁਰੀ ਦਾ ਮੇਨ ਦਰਵਾਜ਼ਾ ਬੰਦ ਕਰ ਦਿੱਤਾ ਈ। ਸੂਰਜ ਨੇ ਸੂਰਜਪੁਰੀ ਦਾ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ ਈ। ਸਾਰਿਆਂ ਨੇ ਆਪੋ ਆਪਣੀਆਂ ਪੁਰੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਤਾਂ ਕਿ ਕਲੰਕਾ ਦੈਂਤ ਉਹਨਾਂ ਦੀਆਂ ਪੁਰੀਆਂ ਦੇ ਵਿੱਚ ਆ ਕਰਕੇ ਆਤੰਕ ਨਾ ਮਚਾ ਸਕੇ। ਦੁਆਰ ਦੁਆਰ ਰਖਵਾਰੇ। ਸਾਰਿਆਂ ਨੇ ਆਪਣਿਆਂ ਦਰਵਾਜ਼ਿਆਂ ਦੇ ਉੱਪਰ ਪਹਿਰੇਦਾਰ ਤਕੜੇ ਸਿਪਾਹੀ ਤਿਆਰ ਬਰ ਤਿਆਰ ਰੋਕ ਦਿੱਤੇ ਨੇ ਤੇ ਕਿਹਾ ਏ ਕਿ ਜਦੋਂ ਵੀ ਕਲੰਕਾ ਦੇ ਆਉਣ ਦੀ ਸੰਭਾਵਨਾ ਬਣੇ ਤੁਸਾਂ ਨੇ ਆ ਕਰਕੇ ਸਾਨੂੰ ਸੂਚਨਾ ਦੇ ਦੇਣੀ ਹੈ। ਕਰੀ ਚੌਕਸੀ ਧਾਮ ਧਾਮ ਮਹਿ। ਮਹਾਰਾਜ ਕਲਗੀਧਰ ਜੀ ਕਹਿੰਦੇ ਸਾਰੇ ਛੋਟੇ ਵੱਡੇ ਦੇਵਤਿਆਂ ਨੇ ਆਪੋ ਆਪਣੇ ਧਾਮਾਂ ਤੇ ਆਪੋ ਆਪਣੇ ਘਰਾਂ ਦੇ ਅੱਗਰ ਚੌਕਸੀ ਕਰ ਦਿੱਤੀ ਹੈ। ਗ੍ਰਹਿ ਗ੍ਰਹਿ ਪਹਿਰੂ ਠਾਰੇ। ਹਾਂ, ਘਰਾਂ ਦੇ ਅੱਗੇ ਉਹਨਾਂ ਨੇ ਪਹਿਰੇਦਾਰ ਰੋਕ ਦਿੱਤੇ ਨੇ। ਠਾਰੇ ਮੈਨੇ ਖਿਲਾਰ ਦਿੱਤੇ ਹਨ ਪਹਿਰੇਦਾਰ। ਘਰਾਂ ਦੇ ਅੱਗੇ ਚੰਗੀ ਚੌਕਸੀ ਕਰ ਦਿੱਤੀ ਹੈ। ਵਿਬਦ ਮੰਤਰ ਤੰਤਰ ਜੰਤਰਨ ਜੁਤ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜੇ ਦੇਵਤੇ ਨੇ ਉਹਨਾਂ ਨੂੰ ਮੰਤਰ ਜੰਤਰ ਤੰਤਰ ਆਦਿਕ ਬੜੇ ਬੁਰਦੇ ਨੇ। ਉਹਨਾਂ ਨੇ ਮੰਤਰ ਜੰਤਰ ਤੇ ਤੰਤਰਾਂ ਦੀ ਸਹਿਤ ਚੰਗੀ ਤਕੜਾਈ ਆਪਣੇ ਘਰਾਂ ਦੇ ਦਰਵਾਜ਼ਿਆਂ ਅੱਗੇ ਕਰ ਦਿੱਤੀ ਹੈ। ਉੱਥੇ ਪਹਿਰੇਦਾਰ ਰੋਕ ਦਿੱਤੇ ਨੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਜਾਦੂ ਵਾਲੇ ਸ਼ਸਤਰ ਦੇ ਦਿੱਤੇ ਨੇ। ਕੋਈ ਗੁਰੂ ਖਾਲਸਾ ਜੀ ਇਹੋ ਜਿਹੇ ਸ਼ਸਤਰ ਹੁੰਦੇ ਨੇ ਜਿਨ੍ਹਾਂ ਵਿੱਚ ਜਾਦੂ ਦੀ ਕਲਾ ਹੁੰਦੀ ਹੈ, ਸ਼ਕਤੀ ਹੁੰਦੀ ਹੈ। ਕੋਈ ਤੀਰ ਇਹੋ ਜਿਹੇ ਨੇ ਉਹ ਚੱਲਦੇ ਨੇ ਤੇ ਝੱਖੜ ਲਿਆ ਦਿੰਦੇ ਨੇ, ਉਹ ਚੱਲਦੇ ਨੇ ਅੱਗ ਬਰਸਾ ਦਿੰਦੇ ਨੇ। ਤੋ ਜੰਤਰਾਂ ਮੰਤਰਾਂ ਦੇ ਨਾਲ ਕੁਝ ਸਿਪਾਹੀ ਉਹਨਾਂ ਨੇ ਬਣਾ ਲਏ ਨੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਜਾਦੂਮਈ ਸ਼ਸਤਰ ਅਸਤਰ ਦੇ ਦਿੱਤੇ ਨੇ। ਸ਼ਸਤਰ ਅਸਤਰ ਕਰ ਧਾਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਜਾਦੂ ਨਾਲ ਬਣੇ ਹੋਏ ਪਹਿਰੇਦਾਰ ਦਰਵਾਜ਼ਿਆਂ ਅੱਗੇ ਰੁਕ ਗਏ ਨੇ। ਹੱਥਾਂ ਵਿੱਚ ਉਹਨਾਂ ਨੇ ਜਾਦੂਮਈ ਸ਼ਸਤਰ ਤੇ ਅਸਤਰ ਪਕੜ ਲਏ ਹਨ। ਜਖ ਧਾਨ ਰਾਖਸ ਰਖਵਰੀਏ। ਸਾਹਿਬ ਜੀ ਕਹਿੰਦੇ ਨੇ ਜਖ ਰਾਖਸ਼ ਧਾਨਵੀ ਰਾਖਸ਼ਾਂ ਨੂੰ ਕਹਿੰਦੇ ਨੇ। ਇਹ ਦੇਵਤਿਆਂ ਦੇ ਪਹਿਰੇਦਾਰ ਬਣ ਕੇ ਖਲੋ ਗਏ ਨੇ। ਦੇਵਤਿਆਂ ਨੇ ਗੁਰੂ ਖਾਲਸਾ ਜੀ ਛਲ ਖੇਲਿਆ ਏ।
ਆਪਣੇ ਦਰਵਾਜ਼ਿਆਂ ਦੇ ਅੱਗੇ ਜਾਦੂ ਦੇ ਨਾਲ ਬਣਾਏ ਹੋਏ ਰਾਖਸ਼ ਖੜੇ ਕਰ ਦਿੱਤੇ ਨੇ। ਕਲੰਕਾ ਵੇਖੇ ਤੇ ਉਹਨੂੰ ਪਤਾ ਲੱਗੇ ਕਿ ਮੇਰੀਆਂ ਹੀ ਫੌਜਾਂ ਨੇ ਜਾ ਕੇ ਚੰਦਰਪੁਰੀ ਨੂੰ ਮੱਲ ਲਿਆ ਏ ਤੇ ਚੰਦਰਪੁਰੀ ਦੇ ਦਰਵਾਜ਼ੇ ਦੇ ਅੱਗੇ ਰਾਖਸ਼ ਟਹਿਲਦੇ ਫਿਰਦੇ ਨੇ, ਤਾਂ ਕਿ ਕਲੰਕੇ ਨੂੰ ਭੁਲੇਖਾ ਪੈ ਜਾਵੇ ਕਿ ਮੇਰੀਆਂ ਫੌਜਾਂ ਨੇ ਚੰਦਰਪੁਰੀ ਜਾਂ ਸੂਰਜਪੁਰੀ ਇਹ ਪੁਰੀਆਂ ਫਤਿਹ ਕਰ ਲਈਆਂ ਨੇ ਤੇ ਉਹ ਗੁੱਸੇ ਵਿੱਚ ਆ ਕਰਕੇ ਸਾਡੀਆਂ ਪੁਰੀਆਂ ਤੇ ਆਕਰਮਣ ਨਾ ਕਰੇ। ਇਸ ਵਾਸਤੇ ਉਹਨਾਂ ਨੇ ਜਾਦੂ ਨਾਲ ਰਾਖਸ਼ ਛੋਟੇ ਵੱਡੇ ਬੜੇ ਭਿਆਨਕ ਉਹ ਰਾਖੇ ਬਣਾ ਕਰਕੇ ਖੜੇ ਕਰ ਦਿੱਤੇ। ਦੂਤ ਪੂਤ ਤਨ ਭਾਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਦੂਤ ਭੂਤ ਭੂਤ ਨੇ ਬੜੇ ਬੜੇ ਭਾਰੀ ਸਰੀਰ ਨੇ ਆਪਣੇ ਦਰਵਾਜ਼ਿਆਂ ਦੇ ਅੱਗੇ ਖੜੇ ਕੀਤੇ ਨੇ। ਦਿਓ ਨਿਸ਼ਾਨ ਸਕਰ ਦੇਵਨ ਜੁਤ। ਸ਼ੱਕਰ ਇੰਦਰ ਨੇ ਦੇਵਤਿਆਂ ਦੇ ਸਮੇਤ ਨਗਾਰਾ ਵਜਾ ਦਿੱਤਾ ਏ, ਭਾਵ ਜੰਗ ਨੂੰ ਚੜਾਈ ਕਰ ਦਿੱਤੀ ਹੈ। ਕਹਿਣ ਲੱਗਾ ਚਲੋ ਮੈਂ ਤੁਹਾਡੇ ਨਾਲ ਚੱਲਦਾ ਹਾਂ, ਕਲੰਕਾ ਕਿੱਡਾ ਕੁ ਵੱਡਾ ਹੈ, ਮੈਂ ਦੇਖਦਾ ਹਾਂ ਕਲੰਕੇ ਦੀਆਂ ਬਾਹਾਂ ਵਿੱਚ ਕਿੰਨਾ ਕੁ ਬਲ ਹੈ। ਜੜੇ ਸਮਰ ਸੁਰ ਸਾਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਸਾਰੇ ਹੀ ਦੇਵਤੇ ਜੰਗ ਦੇ ਮੈਦਾਨ ਨੂੰ ਚੜੇ ਹਨ, ਤਿਆਰ ਬਰ ਤਿਆਰ ਹੋ ਕਰਕੇ ਆਪੋ ਆਪਣੇ ਸ਼ਸਤਰ ਤੇ ਅਸਤਰ ਲੈ ਕਰਕੇ। ਚਤਰੰਗਣ ਦਲ ਪ੍ਰਬਲ ਸੂਰ ਗਨ। ਹਾਂ, 4 ਪ੍ਰਕਾਰ ਦੀਆਂ ਫੌਜਾਂ ਦਾ ਦਲ ਚੜਿਆ ਏ ਬੜਾ ਭਾਰੀ ਤੇ ਸਮੂਹ ਸੂਰਮੇ ਜੰਗ ਦੇ ਮੈਦਾਨ ਨੂੰ ਤਿਆਰ ਬਰ ਤਿਆਰ ਹੋ ਕੇ ਚੜੇ ਹਨ। ਕਿਰਿਓ ਦੈਤ ਪ੍ਰਚਾਰੇ। ਹਾਂ, ਸਾਰਿਆਂ ਨੇ ਜਾ ਕਰਕੇ ਕਲੰਕੇ ਨੂੰ ਵੰਗਾਰਿਆ ਹੈ ਤੇ ਪ੍ਰਚਾਰ ਕਰਕੇ ਤੇ ਕਲੰਕਾ ਦੈਤ ਦੇ ਤਾਈ ਘੇਰ ਲੈਣਾ ਕੀਤਾ ਏ ਵੰਗਾਰ ਕਰਕੇ। ਗਦਾ ਗੁਰਜ ਗੋਫਨ ਸਰਸਾਇਕ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹਦੇ ਹੱਥ ਵਿੱਚ ਜੋ ਆਇਆ ਉਹਨੇ ਕਲੰਕੇ ਦੀ ਤਰਫ ਨੂੰ ਤਜ ਦਿੱਤਾ ਏ। ਕਿਸੇ ਨੇ ਗਦਾ, ਕਿਸੇ ਨੇ ਗੋਪੀਆ, ਕਿਸੇ ਨੇ ਤੀਰ, ਜੋ ਵੀ ਕਿਸੇ ਦੇ ਹੱਥ ਵਿੱਚ ਆਇਆ ਕਲੰਕੇ ਦੇ ਉੱਪਰ ਭਾਰੀ ਮਾਰ ਕੀਤੀ ਹੈ। ਬਾਨ ਬਜਰ ਗਿਰ ਡਾਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਬਜਰ ਬਾਣ ਤੇ ਗਿਰ ਬਾਣ ਚਲਾ ਕਰਕੇ ਪੱਥਰਾਂ ਦੀ ਤੇ ਪਹਾੜਾਂ ਦੀ ਮਾਰ ਕਲੰਕਾ ਦੇ ਉੱਪਰ ਦੇਵਤਿਆਂ ਨੇ ਕੀਤੀ ਹੈ। ਗੋਲਾ ਦੀਹ ਸੇਲ ਖਗ ਖੰਡਾ। ਮਹਾਰਾਜ ਕਲਗੀਧਰ ਜੀ ਕਹਿੰਦੇ ਕਈਆਂ ਨੇ ਵੱਡੇ ਬਰਸ਼ੇ ਪਕੜ ਕਰਕੇ ਬਰਸ਼ਿਆਂ ਦੇ ਨਾਲ ਮਾਰ ਕੀਤੀ ਹੈ, ਕਈਆਂ ਨੇ ਗੋਲੇ ਗੋਪੀਆਂ ਵਿੱਚ ਰੱਖ ਕਰਕੇ ਚਲਾਏ ਨੇ, ਕਈਆਂ ਨੇ ਤੋਪਾਂ ਤੋਂ ਗੋਲੇ ਚਲਾਏ ਨੇ, ਕਈਆਂ ਨੇ ਖੱਗ ਨਾਮ ਖੜਗ ਦਾ ਹੈ ਤੇ ਖੰਡਾ ਨਾਮ ਖੰਡੇ ਦਾ ਹੈ, ਕਈਆਂ ਨੇ ਖੜਗ ਤੇ ਕਈਆਂ ਨੇ ਖੰਡੇ ਜੰਗ ਦੇ ਮੈਦਾਨ ਵਿੱਚ ਚਲਾਉਣਾ ਕੀਤੇ ਨੇ। ਕੋਟ ਕੋਟ ਯਕ ਬਾਰੇ। ਹਾਂ, ਯਕ ਬਾਰੇ ਕਈ ਵਾਰ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਹਥਿਆਰ ਦੇਵਤਿਆਂ ਵੱਲੋਂ ਕਲੰਕਾ ਦੈਤ ਦੇ ਉੱਪਰ ਚੱਲੇ ਹਨ। ਮੂਸਲ ਸਿਲਾ ਸੈਲ ਤਰ ਦਾਰੁਨ। ਮਹਾਰਾਜ ਕਲਗੀਧਰ ਜੀ ਕਹਿੰਦੇ ਕਿਸੇ ਨੇ ਘੋਟਣਾ, ਕਿਸੇ ਨੇ ਸਿਲ। ਸੈਲ ਨਾਮ ਪਹਾੜ ਦਾ ਏ, ਤਰ ਨਾਮ ਰੁੱਖ ਦਾ ਏ। ਭਿਆਨਕ ਰੁੱਖਾਂ ਦੇ ਤੇ ਪਹਾੜਾਂ ਦੇ ਵਾਰ ਕੀਤੇ ਨੇ। ਪਦਮ ਪਦਮ ਸਰ ਮਾਰੇ। ਹਾਂ, ਪਦਮਾਂ ਦੀ ਗਿਣਤੀ ਵਿੱਚ ਤੀਰ ਮਾਰੇ ਨੇ। ਧਨਕ ਧਾਰੀਆਂ ਨੇ ਤੀਰ ਚਲਾਏ ਨੇ। ਪਿੱਛੇ ਗਿਣਤੀ ਆਈ ਸੀ 60 ਪਦਮ। 60 ਪਦਮ ਜਿਹੜੇ ਧਨਕ ਧਾਰੀ ਸਨ ਉਹਨਾਂ ਨੇ ਆਪਣੇ ਧਨਕਾਂ ਤੋਂ ਪਤਾ ਨਹੀਂ ਕਿੰਨੇ ਕੁ ਪਦਮਾਂ ਦੀ ਗਿਣਤੀ ਵਿੱਚ ਤੀਰ ਕਲੰਕੇ ਦੇ ਉੱਪਰ ਚਲਾਉਣਾ ਕੀਤੇ ਨੇ। ਪਰਸਾ ਫਰੀ ਹੱਥ ਨਾਲ ਬੰਦੂਕਨ। ਮਹਾਰਾਜ ਕਲਗੀਧਰ ਜੀ ਕਹਿੰਦੇ ਕਿਸੇ ਨੇ ਕੁਹਾੜਾ ਚਲਾਇਆ ਏ। ਫਰੀ ਨਾਮ ਗੁਰੂ ਖਾਲਸਾ ਜੀ ਇੱਕ ਪ੍ਰਕਾਰ ਦੀ ਸ਼ਸਤਰ ਦਾ ਨਾਮ ਹੈ। ਹੱਥ ਨਾਲ ਬੰਦੂਕ ਨੂੰ ਕਹਿੰਦੇ ਨੇ ਤੇ ਬੰਦੂਕ ਨਾਮ ਬੰਦੂਕ ਦਾ ਹੈ। ਕਿਸੇ ਨੇ ਬੰਦੂਕ ਤੋਂ, ਕਿਸੇ ਨੇ ਹੱਥ ਨਾਲ ਚਲਾਉਣ ਵਾਲੀ ਬੰਦੂਕ ਤੋਂ, ਤੇ ਕਿਸੇ ਨੇ ਕੁਹਾੜਾ ਲੈ ਕਰਕੇ ਤੇ ਕਿਸੇ ਨੇ ਫਰੀ ਲੈ ਕਰਕੇ ਕਲੰਕੇ ਦੇ ਉੱਪਰ ਮਾਰ ਕੀਤੀ ਹੈ। ਗੁਰ ਹੈ ਗੁਲੇਲ ਕੁਠਾਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਭਾਰੀ ਗੁਲੇਲੇ ਲੈ ਕਰਕੇ ਤੇ ਭਾਰੀ ਕੁਠਾਰੇ ਕੁਹਾੜੇ ਲੈ ਕਰਕੇ ਕਲੰਕੇ ਦੇ ਉੱਪਰ ਨਾਨਾ ਵਾਰ ਕੀਤੇ ਨੇ। ਅਨਗਨ ਸ਼ਸਤਰ ਅਸਤਰ ਬਹੁ ਆਯੁਧ। ਮਹਾਰਾਜ ਕਲਗੀਧਰ ਜੀ ਕਹਿੰਦੇ ਅਨੇਕਾਂ ਤਰੀਕਿਆਂ ਦੇ ਬਹੁਤੇ ਸ਼ਸਤਰ ਤੇ ਅਸਤਰ
ਯੁੱਧ ਦੇ ਮੈਦਾਨ ਵਿੱਚ ਚੱਲਦੇ ਪਏ ਨੇ। ਬਿਬਦ ਭਾਂਤ ਰਨ ਕੀਨੋ, ਬਹੁਤ ਤਰੀਕਿਆਂ ਦੇ ਨਾਲ ਦੇਵਤਿਆਂ ਨੇ ਜੰਗ ਕੀਤਾ ਏ। ਮਚਿਓ ਘੋਰ ਆਹਵ ਸੰਗਰਾਮਾ, ਮਹਾਰਾਜ ਕਲਗੀਧਰ ਜੀ ਕਹਿੰਦੇ ਬਹੁਤ ਹੀ ਭਿਆਨਕ ਯੁੱਧ ਦਾ ਮੈਦਾਨ ਮਚਿਆ ਏ। ਸੂਰ ਕੂਰ ਤਹ ਚੀਨੋ, ਤੈ ਉਤੇ ਸੂਰਮੇ ਤੇ ਕਾਇਰਾਂ ਦੀ ਪਰਖ ਹੁੰਦੀ ਪਈ ਹੈ। ਚੀਨੋ ਮੈਨੇ ਜਾਣਿਆ ਜਾਂਦਾ ਏ ਵੀ ਇਹ ਸੂਰਮਾ ਏ, ਇਹ ਕਾਇਰ ਹੈ। ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਪੈਰ ਦੱਬ ਕੇ ਜੰਗ ਕਰਦਾ ਏ ਉਹ ਸੂਰਮਾ ਅਖਵਾਉਂਦਾ ਏ, ਉਹਨੂੰ ਸੂਰਮਾ ਜਾਣਦੇ ਨੇ। ਤੇ ਜਿਹੜਾ ਭੱਜ ਜਾਂਦਾ ਏ ਉਹ ਕਾਇਰ ਅਖਵਾਉਂਦਾ ਏ। ਘਰ ਬੈਠਿਆਂ ਸੂਰਮੇ ਤੇ ਬੜੇ ਅਖਵਾਉਂਦੇ ਨੇ। ਸੂਰਮਿਆਂ ਦਾ ਪਤਾ ਉਦੋਂ ਲੱਗਦਾ ਏ ਜਦੋਂ ਔਖਾ ਸਮਾਂ, ਜਦੋਂ ਕੋਈ ਯੁੱਧ ਦਾ ਮੈਦਾਨ ਸਿਰ ਤੇ ਆ ਕੇ ਪੈਂਦਾ ਏ, ਉਦੋਂ ਪਤਾ ਲੱਗਦਾ ਵੀ ਕਿਹੜਾ ਸੂਰਮਾ ਏ, ਇਹਦੀਆਂ ਬਾਹਾਂ ਵਿੱਚ ਬਲ ਹੈ। ਘਰ ਬੈਠਿਆਂ ਤੇ ਬੜੇ ਸੂਰਮੇ ਬਣੀ ਜਾਂਦੇ ਨੇ। ਪ੍ਰਬਲ ਘਾਏ ਘਾਵਤ ਨਿਸ਼ਚਰ ਤਨ, ਮਹਾਰਾਜ ਕਲਗੀਧਰ ਜੀ ਕਹਿੰਦੇ ਬਹੁਤੇ ਬਲ ਦੇ ਨਾਲ ਘਾਏ ਮੈਨੇ ਵਾਰ, ਘਾਵਤ ਮੈਨੇ ਮਾਰਦੇ ਨੇ। ਕਲੰਕਾ ਦੈਂਤ ਦੇ ਸਰੀਰ ਦੇ ਉੱਪਰ ਕੋਟ ਕੋਟ ਬ੍ਰਿਨ ਦੀਨੋ, ਹਾਂ ਦੇਵਤਿਆਂ ਨੇ ਬਹੁਤ ਵਾਰ ਮਾਰ ਕਰਕੇ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਕਲੰਕੇ ਦੇ ਸਰੀਰ ਉੱਪਰ ਜ਼ਖਮ ਦੇ ਦਿੱਤੇ ਹਨ। ਟੂਟ ਟੂਟ ਆਯੁਧ ਗਏ ਸਗਰੇ, ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਦੇਵਤਿਆਂ ਨੇ ਇੰਨੇ ਸ਼ਸਤਰ ਚਲਾਏ ਨੇ, ਇੰਨੇ ਅਸਤਰ ਚਲਾਏ ਨੇ ਕਿ ਕਲੰਕੇ ਦੇ ਹੱਥ ਵਿੱਚ ਜਿੰਨੇ ਵੀ ਸ਼ਸਤਰ ਸਨ ਉਹ ਸਾਰੇ ਟੁੱਟ ਗਏ ਨੇ। ਦੇਵਤਿਆਂ ਦੇ ਵੀ ਸ਼ਸਤਰ ਖੁੰਡੇ ਹੋ ਗਏ ਹਨ। ਕਲੰਕੇ ਦੈਂਤ ਦਾ ਜਿਹੜਾ ਸਰੀਰ ਹੈ ਉਹ ਜ਼ਖਮਾਂ ਦੇ ਨਾਲ ਵਿੰਨਿਆ ਗਿਆ ਹੈ। ਦੇਵਤਿਆਂ ਦੇ ਸ਼ਸਤਰ ਵੀ ਖੁੰਡੇ ਹੋ ਗਏ ਨੇ ਤੇ ਦੈਂਤ ਦੇ ਸ਼ਸਤਰ ਵੀ ਸਾਰੇ ਟੁੱਟ ਗਏ ਹਨ। ਟੁੱਟ ਟੁੱਟ ਕੇ ਧਰਤੀ ਦੇ ਉੱਪਰ ਡਿੱਗ ਪਏ ਹਨ। ਤਾਹੂ ਨਾਹੇ ਪਤੀਨੋ, ਮਹਾਰਾਜ ਕਲਗੀਧਰ ਜੀ ਕਹਿੰਦੇ ਤਾਹੂ ਤਾਂ ਵੀ ਉਹ ਕਲੰਕਾ ਦੈਂਤ ਪਤੀਨੋ ਮੈਨੇ ਨਾਸ਼ ਨਹੀਂ ਹੋਇਆ। ਤਾਹੂ ਇਕੱਠਾ ਪਾਠ ਹੈ, ਤਾਂ ਵੀ ਉਹ ਕਲੰਕਾ ਦੈਂਤ ਨਾਸ਼ ਨਹੀਂ ਹੋਇਆ। ਯੁੱਧ ਦੇ ਮੈਦਾਨ ਦੇ ਵਿੱਚ ਆਕੜ ਕੇ ਦੇਵਤਿਆਂ ਦੇ ਅੱਗੇ ਖਲੋਤਾ ਪਿਆ ਏ। ਇਹ ਬਿਦ ਜੁੱਧ ਹੋਤ ਭਇਓ ਦਾਰੁਨ, ਮਹਾਰਾਜ ਕਲਗੀਧਰ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਬਹੁਤਾ ਹੀ ਦਾਰੁਣ ਭਿਆਨਕ ਯੁੱਧ ਹੋਇਆ ਏ ਯੁੱਧ ਦੇ ਮੈਦਾਨ ਵਿੱਚ। ਕਾਲੰਕਾ ਸੰਗ ਸਭ ਹੀ, ਹਾਂ ਕਲੰਕੇ ਦੇ ਨਾਲ ਸਾਰਿਆਂ ਦੇਵਤਿਆਂ ਨੇ ਯੁੱਧ ਕੀਤਾ ਏ। ਕਨੇ ਘੋਰ ਆਯੁਧ ਸਰ ਡਾਰਤ, ਹਾਂ ਬਹੁਤੇ ਹੀ ਭਿਆਨਕ ਸ਼ਸਤਰ ਤੇ ਤੀਰ ਕਲੰਕੇ ਦੀ ਤਰਫ ਨੂੰ ਦੇਵਤੇ ਸੁੱਟਦੇ ਪਏ ਹਨ। ਨੈਕ ਨ ਲਾਗਤ ਕਬਹੀ, ਹੁਣ ਕਲੰਕਾ ਕਿਹੜਾ ਮਾੜਾ ਮੋਟਾ ਦੈਂਤ ਸੀ, ਉਹ ਵੀ ਸ਼ਕਤੀ ਵਾਲਾ ਦੈਂਤ ਸੀ। ਉਹ ਵੀ ਜੰਗ ਦੇ ਮੈਦਾਨ ਦੇ ਦਾ ਘਾਹ ਜਾਣਦਾ ਸੀ। ਹੁਣ ਦੇਵਤੇ ਸ਼ਸਤਰ ਬੜੇ ਸੁੱਟਦੇ ਨੇ, ਤੀਰ ਬੜੇ ਮਾਰਦੇ ਨੇ, ਪਰ ਕਲੰਕੇ ਦੇ ਸਰੀਰ ਦੇ ਉੱਪਰ ਆ ਕੇ ਹੁਣ ਇੱਕ ਵੀ ਮਹਾਰਾਜ ਕਲਗੀਧਰ ਜੀ ਕਹਿੰਦੇ ਤੀਰ ਨਹੀਂ ਲੱਗਦਾ ਪਿਆ। ਉਹਨੇ ਵੀ ਗੁਰੂ ਖਾਲਸਾ ਜੀ ਜੰਗ ਦੇ ਮੈਦਾਨ ਦੇ ਵਿੱਚ ਹੁਣ ਦਾ ਘਾਹ ਖੇਡਿਆ ਹੈ। ਪਹਿਲੇ ਤੇ ਉਹਨੇ ਦੇਵਤਿਆਂ ਦੇ ਕੋਲੋਂ ਮਾਰ ਝੱਲੀ ਹੈ, ਸਰੀਰ ਜ਼ਖਮੋ ਜ਼ਖਮੀ ਹੋ ਗਿਆ ਏ, ਉਹ ਡਿੱਗਾ ਨਹੀਂ ਹੈ ਜੰਗ ਦੇ ਮੈਦਾਨ ਵਿੱਚ। ਪਹਿਲਾਂ ਤਾਂ ਉਹਨੇ ਦੇਵਤਿਆਂ ਨੂੰ ਦਿਖਾਇਆ ਵੀ ਮੈਂ ਕਿੱਡਾ ਕੁ ਸੂਰਮਾ ਹਾਂ। ਫਿਰ ਗੁਰੂ ਖਾਲਸਾ ਜੀ ਜਦੋਂ ਦੇਵਤੇ ਹਾਰ ਕੇ ਗੁੱਸੇ ਵਿੱਚ ਆ ਕੇ ਦੂਜੀ ਵਾਰ ਤੀਰਾਂ ਦੀ ਤੇ ਸ਼ਸਤਰਾਂ ਦੀ ਮਾਰ ਮਚਾਉਣ ਲੱਗੇ ਨੇ ਤੇ ਉਹਨੇ ਇਹੋ ਜੀ ਆਪਣੀ ਸ਼ਕਤੀ ਵਰਤਾਈ ਹੈ, ਇਹੋ ਜਿਹਾ ਦਾ ਘਾਹ ਖੇਡਿਆ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਸਰੀਰ ਦੇ ਉੱਪਰ ਕੋਈ ਵੀ ਆ ਕਰਕੇ ਥੋੜਾ ਜਿੰਨਾ ਤੀਰ ਵੀ, ਥੋੜਾ ਜਿੰਨਾ ਵੀ ਸ਼ਸਤਰ ਦੀ ਚੋਟ ਕਦੇ ਵੀ ਲੱਗਦੀ ਨਹੀਂ ਪਈ ਜੰਗ ਦੇ ਮੈਦਾਨ ਵਿੱਚ। ਭਾਵ ਬਿਦ ਬਿਸਨ ਜਿਸਨ ਸੁਰ ਸਗਰੇ, ਮਹਾਰਾਜ ਕਲਗੀਧਰ ਜੀ ਕਹਿੰਦੇ ਵੇਖੋ ਜੰਗ ਦਾ ਤਮਾਸ਼ਾ। ਇੱਕ ਪਾਸੇ ਕਲੰਕਾ ਹੈ, ਇੱਕ ਪਾਸੇ ਸ਼ਿਵ ਹੈ, ਬਿਦ ਬ੍ਰਹਮਾ ਹੈ, ਵਿਸ਼ਨੂੰ ਹੈ ਤੇ ਜਿਸਨ ਨਾਮ ਇੰਦਰ ਦਾ ਹੈ। ਇਹ 33 ਕਰੋੜ ਸਾਰੇ ਦੇਵਤੇ ਇਕੱਠੇ ਹੋ ਕੇ ਉਹਦੇ ਦਿਵਾਲੇ ਚੜੇ ਹੋਏ ਹਨ। ਰਿਸਿਓ ਕਾਲ ਸਸ ਰਵਹੀ, ਮਹਾਰਾਜ ਕਲਗੀਧਰ ਜੀ ਕਹਿੰਦੇ ਇੱਥੇ ਬਸ ਨਹੀਂ, ਉੱਥੇ ਸਸ ਚੰਦਰਮਾ ਤੇ ਰਵ ਸੂਰਜ ਤੇ ਕਾਲ ਮੌਤ ਦਾ ਦੇਵਤਾ ਇਹ ਸਾਰੇ ਜੰਗ ਦੇ ਮੈਦਾਨ ਵਿੱਚ ਚੜੇ ਨੇ।
ਕਾਲ ਜੰਗ ਦਾ ਦੇਵਤਾ, ਜੰਗ ਦੇ ਮੈਦਾਨ ਵਿੱਚ ਸਾਰੇ ਦੁਆਲੇ ਚੜੇ ਹੋਏ ਨੇ ਕਲੰਕੇ ਦੇ। ਬਰਨ ਕਬੀਰ ਯਖ ਜਮ ਰਾਖਸ। ਮਹਾਰਾਜ ਕਲਗੀਧਰ ਜੀ ਕਹਿੰਦੇ ਬਰਨ ਦੇਵਤਾ, ਕਬੀਰ ਦੇਵਤਿਆਂ ਦਾ ਖਜ਼ਾਨਚੀ, ਯਖ ਗੁਰੂ ਖਾਲਸਾ ਜੀ ਇਹ ਵੀ ਦੇਵਤਿਆਂ ਦੇ ਵਿੱਚੋਂ ਇੱਕ ਨਮੂਨਾ ਹੈ। ਤੇ ਜਮ ਜਮਦੂਤ ਤੇ ਰਾਖਸ ਜਿਹੜੇ ਸ਼ਿਵ ਨੂੰ ਪੂਜਣ ਵਾਲੇ, ਜਿਹੜੇ ਸ਼ਿਵ ਦੇ ਮਦਾਤੀ, ਸ਼ਿਵ ਦੀਆਂ ਫੌਜਾਂ ਨੇ, ਇਹ ਵੀ ਕਲੰਕੇ ਦੈਤ ਦੀ ਤਰਫ ਨੂੰ ਚੜੇ ਹੋਏ ਨੇ। ਭਿਰੇ ਦੈਤ ਸੰਗ ਤਬ ਹੀ। ਮਹਾਰਾਜ ਕਲਗੀਧਰ ਜੀ ਕਹਿੰਦੇ ਤਦੋਂ ਉਸ ਵੇਲੇ ਜੰਗ ਦੇ ਮੈਦਾਨ ਵਿੱਚ ਸਾਰੇ ਭਿੜਦੇ ਪਏ ਨੇ ਕਲੰਕਾ ਦੈਤ ਦੇ ਨਾਲ। ਮਚਿਓ ਘੋਰ ਆਹਵ ਤਹ ਭੀਖਮ। ਮਹਾਰਾਜ ਕਲਗੀਧਰ ਜੀ ਕਹਿੰਦੇ ਬਹੁਤਾ ਹੀ ਭਿਆਨਕ ਜੰਗ ਦਾ ਮੈਦਾਨ ਉੱਥੇ ਮਚਿਆ ਹੈ। ਪਇਓ ਨਾ ਆਗੈ ਕਬ ਹੀ। ਹਾਂ, ਕਦੇ ਵੀ ਅੱਗੇ ਇਹੋ ਜਿਹਾ ਯੁੱਧ ਦਾ ਮੈਦਾਨ ਨਹੀਂ ਹੋਇਆ ਜਿਹੋ ਜਿਹਾ ਹੁਣ ਯੁੱਧ ਦਾ ਮੈਦਾਨ ਫੱਬਿਆ ਏ ਨਾ, ਇਹੋ ਜਿਹਾ ਮੈਦਾਨ ਕਦੇ ਅੱਗੇ ਨਹੀਂ ਹੋਇਆ। ਇੱਕ ਪਾਸੇ ਇੰਨੇ ਦੇਵਤੇ ਦੇ, ਇੱਕ ਪਾਸੇ ਕੱਲਾ ਕਲੰਕਾ, ਨਾ ਉਹਦੀਆਂ ਕੋਈ ਫੌਜਾਂ ਨੇ, ਨਾ ਉਹਦਾ ਕੋਈ ਸੈਨਾਪਤੀ ਹੈ, ਕੱਲਾ ਹੀ ਜੰਗ ਦੇ ਮੈਦਾਨ ਵਿੱਚ ਗੱਜਦਾ ਪਿਆ ਏ। ਬਜਰਨ ਭਾਤ ਘਾਤ ਬਹੁ ਆਯੁਧ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਸ਼ਸਤਰਾਂ ਦੇ ਬਹੁਤੇ ਘਾਤ ਮੈਨੇ ਵਾਰ ਏਦਾਂ ਹੋ ਰਹੇ ਨੇ ਜਿਵੇਂ ਅਸਮਾਨ ਤੋਂ ਬਜਰਨ ਮੈਨੇ ਬਿਜਲੀ ਦਾ ਪਾਤ ਮੈਨੇ ਡਿੱਗਣਾ ਹੁੰਦਾ ਏ। ਏਦਾਂ ਸ਼ਸਤਰਾਂ ਦੇ ਵਾਰ ਹੋ ਰਹੇ ਨੇ, ਕਲੰਕੇ ਦੇ ਸ਼ਸਤਰਾਂ ਦੇ ਵਾਰ ਏਦਾਂ ਵੱਜਦੇ ਪਏ ਨੇ ਜਿਵੇਂ ਕਹਿੰਦੇ ਅਸਮਾਨ ਤੋਂ ਬਿਜਲੀ ਡਿੱਗਦੀ ਪਈ ਹੋਵੇ। ਐਸਾ ਨਜ਼ਾਰਾ ਯੁੱਧ ਦੇ ਮੈਦਾਨ ਦੇ ਵਿੱਚ ਬਣਿਆ ਹੋਇਆ ਏ। ਕਾਲ ਬਿਆਲ ਸਮ ਸ਼ਬਹੀ। ਹਾਂ, ਕਾਲ ਮੈਨੇ ਧਰਮ ਰਾਜਾ ਬਿਆਲ ਕਹੀਏ ਸੱਪ ਦੇ ਸਮਾਨ ਫੱਬਦਾ ਪਿਆ ਏ। ਜਿੱਦਾਂ ਸੱਪ ਫੁੰਕਾਰੇ ਮਾਰਦਾ ਏ ਨਾ, ਧਰਮ ਰਾਜਾ ਯੁੱਧ ਦੇ ਮੈਦਾਨ ਦੇ ਵਿੱਚ ਏਦਾਂ ਗੱਜਦਾ ਪਿਆ ਏ। ਦੀਹ ਕੋਖ ਨਾਦਨ ਧੁਨ ਮਾਰੂ। ਮਹਾਰਾਜ ਕਲਗੀਧਰ ਜੀ ਕਹਿੰਦੇ ਐਸਾ ਭਿਆਨਕ ਯੁੱਧ ਦਾ ਮੈਦਾਨ ਮਚਿਆ ਹੋਇਆ ਏ। ਮਾਰੂ ਦਾ ਅਰਥ ਹੈ ਜੰਗੀ ਨਗਾਰੇ ਤੇ ਨਾਦਨ ਦਾ ਅਰਥ ਹੈ ਵਾਜੇ। ਜੰਗੀ ਨਗਾਰਿਆਂ ਦੀ ਧੁਨੀ ਹੁੰਦੀ ਪਈ ਹੈ ਤੇ ਵਾਜਿਆਂ ਦੀ ਦੀਹ ਕਹੀਏ ਭਾਰੀ ਘੋਖ ਆਵਾਜ਼ ਯੁੱਧ ਦੇ ਮੈਦਾਨ ਦੇ ਵਿੱਚ ਉੱਠਦੀ ਪਈ ਹੈ। ਕਨ ਸਦ ਗਰਜਤ ਤਬ ਹੀ। ਮਹਾਰਾਜ ਕਲਗੀਧਰ ਜੀ ਕਹਿੰਦੇ ਏਡੀ ਜ਼ੋਰ ਦੇ ਨਾਲ ਨਗਾਰੇ ਤੇ ਵਾਜੇ ਵੱਜਦੇ ਪਏ ਨੇ ਮਾਨੋ ਸਦ ਸੈਂਕੜੇ ਹੀ ਘਨ ਬੱਦਲ ਅਸਮਾਨ ਦੇ ਵਿੱਚ ਆ ਕੇ ਤਬ ਹੀ ਤਦੋਂ ਗੱਜਦੇ ਪਏ ਹੋਣ ਜਦੋਂ ਯੁੱਧ ਦਾ ਮੈਦਾਨ ਮਚਿਆ ਹੋਇਆ ਏ। ਗੜਾ ਬਰਫ ਤੋ ਸਾਰ ਬਿਆਰਨ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਸ਼ਸਤਰ ਤੇ ਅਸਤਰ ਏਦਾਂ ਜੰਗ ਦੇ ਮੈਦਾਨ ਵਿੱਚ ਚੱਲਦੇ ਪਏ ਨੇ ਜਿਵੇਂ ਮੀਂਹ ਪੈਂਦਾ ਹੋਵੇ ਤੇ ਗੜੇ ਤੇ ਬਰਫ ਤੇ ਤੁਸਾਰ ਨਾਮ ਹੁੰਦਾ ਏ ਬਰਫ ਦੇ ਗੋਲੇ। ਬਿਆਰਨ ਮੈਨੇ ਹਵਾ ਚੱਲਦੀ ਪਈ ਹੋਵੇ। ਐਸਾ ਸਾਉਣ ਦੇ ਮਹੀਨੇ ਦੇ ਵਿੱਚ ਸਮਾਂ ਬਣਿਆ ਹੋਵੇ। ਪ੍ਰਲੈ ਕਾਲ ਕੋ ਸ਼ਬਹੀ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਪ੍ਰਲੈ ਕਾਲ ਕੋ ਫੱਬ ਹੀ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਐਸਾ ਸਮਾਂ ਬਣਿਆ ਪਿਆ ਏ ਵੀ ਪ੍ਰਲੈ ਦਾ ਹੀ ਸਮਾਂ ਆ ਗਿਆ ਹੋਵੇ। ਐਸਾ ਜੰਗ ਹੋ ਰਿਹਾ ਏ ਮਾਨੋ ਪ੍ਰਲੈ ਦਾ ਸਮਾਂ ਹੀ ਉਹ ਫੱਬਦਾ ਪਿਆ ਹੈ। ਸੰਸਾਰ ਦੇ ਉੱਪਰ ਪ੍ਰਲੈ ਹੋ ਜਾਣੀ ਹੈ। ਮਾਰ ਮਾਰ ਕੂਕਤ ਪਟ ਸਗਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਇੱਕ ਪਾਸੇ ਕਲੰਕਾ ਗੱਜਦਾ ਪਿਆ ਏ ਤੇ ਦੂਜੇ ਪਾਸੇ ਜਿੰਨੇ ਦੇਵਤੇ ਨੇ ਉਹ ਮਾਰ ਲੋ ਕਰਕੇ ਕੂਕਾ ਮਾਰਦੇ ਪਏ ਨੇ। ਕਲੰਕਾ ਬਚ ਕੇ ਨਾ ਜਾਵੇ ਏਦਾਂ ਆਪਸ ਵਿੱਚ ਇੱਕ ਦੂਜੇ ਨੂੰ ਹੌਸਲਾ ਦਿੰਦੇ ਪਏ ਨੇ ਤੇ ਗੱਜਦੇ ਪਏ ਹਨ। ਦੁੰਕਤ ਜਖ ਮਸਾਨਾ। ਹਾਂ, ਜਿੰਨੀਆਂ ਸ਼ਿਵ ਦੀਆਂ ਫੌਜਾਂ ਨੇ ਮਸਾਨ ਭੂਤਨੇ ਆਦਿਕ ਜਖ ਆਦਿਕ ਸਾਰੇ ਦੁੰਕਤ ਗੱਜਦੇ ਪਏ ਹਨ। ਭੈਰਵ ਭੂਤ ਕਾਕਨੀ ਕੋਹਕਤ। ਮਹਾਰਾਜ ਕਲਗੀਧਰ ਜੀ ਕਹਿੰਦੇ ਉੱਥੇ ਭੈਰੋ, ਉੱਥੇ ਭੂਤ ਨੇ, ਕਾਕਨੀ ਕਾਵਾਂ ਦੇ ਝੁੰਡ ਕੋਕਦ ਕੂਕਾ ਮਾਰਦੇ ਪਏ ਹਨ। ਕਾਲ ਗਗਨ ਕਹਿਰਾਨਾ। ਮਹਾਰਾਜ ਕਲਗੀਧਰ ਜੀ ਕਹਿੰਦੇ ਮੌਤ ਦਾ ਦੇਵਤਾ ਜਿਹੜਾ ਕਾਲ ਹੈ ਨਾ,
ਉਹ ਗਗਨ ਅਸਮਾਨ ਵਿੱਚ ਚੜ ਕੇ ਕਹਰਾਨਾ ਮੈਨੇ ਗੱਜਦਾ ਪਿਆ ਏ। ਨਾਦਨ ਸੁਨ ਡਮਰਨ ਢਮਕਾਹੀ। ਮਹਾਰਾਜ ਕਲਗੀਧਰ ਜੀ ਕਹਿੰਦੇ ਜੰਗੀ ਵਾਜਿਆਂ ਦੀ ਆਵਾਜ਼ ਨ ਸੁਣ ਇੱਕ ਰਸ ਹੋ ਰਹੀ ਹੈ ਤੇ ਡਮਰਨ ਢਮਕਾਹੀ। ਡਮਰਨ ਕਹਿੰਦੇ ਨੇ ਡਮਰੂ ਨੂੰ। ਇਹ ਜੋ ਗੁਰੂ ਖਾਲਸਾ ਜੀ ਨੰਨਾ ਲੱਗਾ ਏ ਨਾ, ਇਹ ਉੱਤੇ ਟਿੱਪੀ ਬਣ ਜਾਏਗੀ ਡਮਰੂ। ਇਸ ਤਰੀਕੇ ਨਾਲ ਅਰਥ ਵੇਲੇ ਭਾਵ ਡਮਰੂ ਤੇ ਜਾਂ ਡਮਰਨ ਮੈਨੇ ਅਨੇਕਾਂ ਡਮਰੂ, ਨੰਨਾ ਬਹੁ ਵਚਨ ਦੇ ਵਿੱਚ ਲੱਗਾ ਏ, ਐਸਾ ਸਮਝਣਾ। ਸ਼ਿਵ ਦੀਆਂ ਜਿਹੜੀਆਂ ਫੌਜਾਂ ਨੇ ਉਹ ਡਮਰੂ ਜਿਹੜੀਆਂ ਨੇ ਟਮਕਾਹੀ ਵਜਾਉਂਦੀਆਂ ਪਈਆਂ ਨੇ। ਅਨੇਕਾਂ ਇਹ ਡਮਰੂ ਯੁੱਧ ਦੇ ਮੈਦਾਨ ਦੇ ਵਿੱਚ ਵੱਜਦੇ ਪਏ ਹਨ। ਕਾਵਤ ਬਿਬਦ ਨਿਸ਼ਾਨਾ। ਮਹਾਰਾਜ ਕਲਗੀਧਰ ਜੀ ਕਹਿੰਦੇ ਅਨੇਕਾਂ ਹੀ ਨਗਾਰੇ ਨਾਨਾ ਪ੍ਰਕਾਰ ਦੇ ਉਹਨਾਂ ਦੇ ਉੱਪਰ ਸੂਰਮੇ ਚੋਟਾਂ ਮਾਰਦੇ ਪਏ ਹਨ। ਨ੍ਰਿਤਤ ਭੂਤ ਪ੍ਰੇਤ ਬਹੁ ਭਾਂਤਨ। ਹਾਂ, ਭੂਤ ਨੇ ਤੇ ਪ੍ਰੇਤ ਨੱਚਦੇ ਪਏ ਨੇ, ਕਿਉਂਕਿ ਸੂਰਮਿਆਂ ਦਾ ਮਾਸ ਵੇਖ ਕੇ ਉਹਨਾਂ ਨੂੰ ਖੁਸ਼ੀ ਚੜ੍ਹਦੀ ਹੈ। ਉਹ ਨੱਚਦੇ ਪਏ ਨੇ, ਗਾਉਂਦੇ ਪਏ ਹਨ। ਗਾਵਤ ਰਾਗ ਅਡਾਨਾ। ਅਡਾਨਾ ਰਾਗ ਦਾ ਨਾਮ ਹੈ। ਇਹ ਰਾਗ ਦੇ ਵਿੱਚ ਉਹ ਖੁਸ਼ੀਆਂ ਦੇ ਗੀਤ ਗਾਉਂਦੇ ਪਏ ਨੇ। ਜਬ ਹੀ ਭਇਓ ਕੋਲਾਹਲ ਭਾਰੀ। ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਭਾਰੀ ਰੌਲਾ ਗੌਲਾ ਮਚਿਆ ਨਾ, ਯੁੱਧ ਦੇ ਮੈਦਾਨ ਦੇ ਵਿੱਚ ਭਾਰੀ ਰੌਲਾ ਗੌਲਾ ਹੋਇਆ ਏ। ਕੋਪ ਨਿਸਾਚਰ ਧਾਇਓ। ਹਾਂ, ਜਿਹੜਾ ਕਲੰਕਾ ਸੀ ਉਹਨੂੰ ਗੁੱਸਾ ਚੜ ਗਿਆ। ਜਦੋਂ ਵੇਖਿਆ ਨਾ ਦੇਵਤੇ ਗੱਜਦੇ, ਉਹਨੇ ਵੇਖਿਆ ਵੀ ਇਹ ਮੇਰੇ ਅੱਗੇ ਕੀੜੇ ਦੇਵਤੇ ਗੱਜਦੇ ਪਏ ਨੇ। ਉਹਨੂੰ ਕਲੰਕੇ ਨੂੰ ਫਿਰ ਗੁੱਸਾ ਚੜ ਗਿਆ। ਉਹ ਗੁੱਸੇ ਦੇ ਵਿੱਚ ਆ ਕਰਕੇ ਫਿਰ ਦੇਵਤਿਆਂ ਦੀ ਤਰਫ ਨੂੰ ਭੱਜਾ ਹੈ। ਆਨਨ ਆੜ ਦਿਓ ਸਾਗਰ ਸਮ। ਮਹਾਰਾਜ ਕਲਗੀਧਰ ਜੀ ਕਹਿੰਦੇ ਉਹਨੇ ਮੂੰਹ ਅੱਡ ਦਿੱਤਾ। ਮੂੰਹ ਕਿਹੜਾ ਛੋਟਾ ਸੀ, ਸਮੁੰਦਰ ਦੇ ਅਸਮਾਨ ਉਹਦਾ ਮੂੰਹ ਸੀ। ਜਿੱਦਾਂ ਸਮੁੰਦਰ ਖੁੱਲਾ ਹੋਵੇ ਨਾ, ਸਮੁੰਦਰ ਵਰਗਾ ਵਿਸ਼ਾਲ ਉਹਨੇ ਮੂੰਹ ਆਪਣਾ ਅੱਡ ਦੇਣਾ ਕੀਤਾ ਏ। ਸੈਨਾ ਸੁਰਨ ਚ ਬਾਇਓ। ਫਿਰ ਉਹਨੇ ਸਾਹ ਲਏ ਨੇ। ਜਿੰਨੀ ਦੇਵਤਿਆਂ ਦੀ ਫੌਜ ਸੀ ਉਹ ਸਾਹਾਂ ਦੇ ਨਾਲ ਖਿੱਚੀ ਹੈ ਤੇ ਮੂੰਹ ਵਿੱਚ ਆ ਕੇ ਪੈ ਗਈ ਹੈ। ਮੂੰਹ ਅੱਡ ਕੇ ਤਾਂ ਉਹਨੂੰ ਸਵਾਸੇ ਲਏ ਨੇ। ਤੇ ਜਦੋਂ ਗੁਰੂ ਖਾਲਸਾ ਜੀ ਸਾਹ ਪਿੱਛੇ ਨੂੰ ਖਿੱਚੀਏ ਨਾ, ਤੇ ਫਿਰ ਜਿੰਨੀ ਹਵਾ ਹੈ ਉਹ ਪਿਛਾਂਹ ਨੂੰ ਨੱਕ ਵੱਲ ਨੂੰ ਆਉਂਦੀ ਹੈ। ਤੇ ਉਹ ਹਵਾ ਦਾ ਜ਼ੋਰ ਇੰਨਾ ਪਿਆ, ਮਹਾਰਾਜ ਕਲਗੀਧਰ ਜੀ ਕਹਿੰਦੇ ਜਿੰਨੇ ਦੇਵੀ ਦੇਵਤੇ ਜਾਂ ਜਿੰਨੇ ਯੋਧੇ ਸਨ ਉਹ ਸਮੁੰਦਰ ਵਰਗਾ ਮੂੰਹ ਕਲੰਕੇ ਦੈਂਤ ਦਾ ਉਹਦੇ ਵਿੱਚ ਆ ਕੇ ਪੈ ਗਏ ਨੇ। ਤੇ ਦਾੜਾਂ ਥੱਲੇ ਦੇ ਕੇ ਕਲੰਕੇ ਨੇ ਸਾਰੇ ਦੇਵਤੇ ਚਬਾ ਦੇਣਾ ਕੀਤੇ ਹਨ। ਕੇਤਕ ਪਕੜ ਮੀਂਜ ਕਰ ਡਾਰਤ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜੇ ਹੱਥਾਂ ਵਿੱਚ ਨਹੀਂ ਨਾ ਆਏ, ਉਹ ਕਿੰਨੇ ਦੇਵਤੇ ਪਕੜ ਕਰਕੇ ਉਹਨਾਂ ਦੀ ਮਿੱਝ ਕੱਢ ਦਿੱਤੀ, ਹੱਥਾਂ ਨਾਲ ਹੀ ਮਲ ਦਿੱਤੇ ਹੈ। ਜਿਹੜੇ ਸਾਹ ਦੇ ਨਾਲ ਮੂੰਹ ਦੀ ਤਰਫ ਨੂੰ ਨਹੀਂ ਆਏ, ਉਹ ਹੱਥਾਂ ਨਾਲ ਫੜ ਕੇ ਉਹਨਾਂ ਦੀ ਮਿੱਝ ਕੱਢ ਕੇ ਤੇ ਉਹਨਾਂ ਨੂੰ ਡਾਰਤ ਮੈਨੇ ਸੁੱਟ ਦਿੱਤਾ ਹੈ। ਕਰ ਰਾਰੇ ਨੂੰ ਸਿਹਾਰੀ ਹੈ। ਮਿੱਝ ਕੱਢ ਕਰਕੇ ਉਹਨਾਂ ਨੂੰ ਧਰਤੀ ਦੇ ਉੱਪਰ ਸੁੱਟ ਦੇਣਾ ਕੀਤਾ ਏ। ਕੇਤਨ ਪੂਛ ਲਪਟਾਇਓ। ਜਿਹੜੇ ਕਲੰਕੇ ਦੈਂਤ ਦੇ ਪਿੱਛੇ ਦੇਵਤੇ ਖਲੋਤੇ ਸਨ ਉਹਨਾਂ ਨੂੰ ਪੂਛ ਦਾ ਵਲ ਮਾਰਿਆ ਏ। ਉਹ ਦੇਵਤੇ ਪੂਛ ਦੇ ਨਾਲ ਹੀ ਚੁੰਬੜ ਗਏ ਨੇ। ਉਹਨਾਂ ਨੂੰ ਘੁਮਾ ਘੁਮਾ ਕਰਕੇ ਉਹ ਕਲੰਕੇ ਦੈਂਤ ਨੇ ਮਾਰ ਦੇਣਾ ਕੀਤਾ ਏ। ਜਿਵੇਂ ਹਨੂਮਾਨ ਜੀ ਨੇ ਲੰਕਾ ਦੇ ਵਿੱਚ ਜਾ ਕੇ ਪੂਛ ਦੇ ਨਾਲ ਹੀ ਆਤੰਕ ਮਚਾਇਆ ਸੀ, ਇਦਾਂ ਹੀ ਗੁਰੂ ਖਾਲਸਾ ਜੀ ਕਲੰਕੇ ਨੇ ਦੇਵਤਿਆਂ ਦਾ ਹਾਲ ਕੀਤਾ ਏ। ਕੇਤਨ ਪੀਸ ਰਦਨ ਤਲ ਚਾਬਤ। ਮਹਾਰਾਜ ਕਲਗੀਧਰ ਜੀ ਕਹਿੰਦੇ ਕਈਆਂ ਨੂੰ ਤੇ ਪੀ ਦਿੱਤਾ ਏ। ਰਦਨ ਮੈਨੇ ਦੰਦਾਂ ਦੇ ਦਾੜਾਂ ਦੇ ਤਲ ਹੇਠਾਂ ਦੇ ਕੇ ਚੱਬ ਚੱਬ ਕੇ ਸੁੱਟ ਦਿੱਤਾ ਏ। ਜਿਹੜੇ ਵੱਡੇ ਪਲੇ ਹੋਏ ਬੜੇ ਬੜੇ ਤਗੜੇ ਸੈਂਡਵਿਚ ਖਾਣ ਵਾਲੇ ਜਿਹੜੇ ਮੇਜਰ ਵਰਗੇ ਬੜੇ ਬੜੇ ਭਾਰੀ ਦੈਂਤ ਸਨ। ਕੇਤਕ ਪਗਨ ਮਲਾਇਓ। ਮਹਾਰਾਜ ਕਲਗੀਧਰ ਜੀ ਕਹਿੰਦੇ ਕਈ ਦੈਂਤ ਕਲੰਕੇ ਨੇ ਪੈਰਾਂ ਦੇ ਹੇਠ ਦੇ ਦੇ ਕੇ ਮਲ ਦਿੱਤੇ ਨੇ। ਬਿਸ਼ਨ ਪਦ ਮੇਘ ਰਾਗ ਅਸ਼ਟਪਦੀ ਧਰਿਓ ਨਾ ਤੀਰ ਕਾਹੋ ਸੰਗਰਾਮਾ। ਮਹਾਰਾਜ ਕਲਗੀਧਰ ਜੀ ਕਹਿੰਦੇ ਕਿਸੇ ਵੀ ਦੇਵਤੇ ਨੇ
ਸੂਰਮੇ ਨੇ ਯੁੱਧ ਦੇ ਮੈਦਾਨ ਵਿੱਚ ਧੀਰਜ ਨਹੀਂ ਧਾਰਿਆ। ਜਦੋਂ ਕਲੰਕਾ ਗੱਜਿਆ ਏ ਨਾ, ਜਿਹੜੇ ਚਾਰੇ ਪਾਸਿਆਂ ਤੋਂ ਭੀੜ ਬੰਨ ਕਰਕੇ ਕਲੰਕੇ ਦੇ ਉੱਪਰ ਮਾਰਾਂ ਕਰਦੇ ਪਏ ਸਨ, ਉਹ ਫਿਰ ਕੋਈ ਵੀ ਪੈਰ ਦੱਬ ਕੇ ਕਲੰਕੇ ਦੇ ਸਾਹਮਣੇ ਨਹੀਂ ਖਲੋਤਾ। ਸਾਰੇ ਜੰਗ ਦੇ ਮੈਦਾਨ ਦੇ ਵਿੱਚੋਂ ਪਿਛਾਂਹ ਨੂੰ ਜਿੱਧਰ ਨੂੰ ਕਿਸੇ ਨੂੰ ਥਾਂ ਲੱਭੀ ਉਧਰ ਨੂੰ ਭੱਜ ਉੱਠਾ ਏ। ਬਿਜਲੀ ਸੈਨਾ ਸਗਰੀ। ਮਹਾਰਾਜ ਕਲਗੀਧਰ ਜੀ ਕਹਿੰਦੇ ਸਾਰੀ ਹੀ ਸੈਨਾ ਯੁੱਧ ਦੇ ਮੈਦਾਨ ਦੇ ਵਿੱਚ ਵਿਚਲ ਗਈ ਹੈ, ਬੇਵਿਸ਼ੇਸ਼ ਕਰਕੇ ਚੱਲ ਪਈ ਹੈ। ਜਿੱਧਰ ਨੂੰ ਕਿਸੇ ਨੂੰ ਰਾਹ ਲੱਭਾ ਉਧਰ ਨੂੰ ਭੱਜ ਉੱਠਾ ਏ। ਭੱਜ ਗਏ ਤਿੰਨ ਪ੍ਰਾਣ ਉਬਾਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਸਾਰੇ ਦੇਵਤੇ ਭੱਜ ਗਏ, ਉਹਨਾਂ ਨੇ ਆਪਣੇ ਪ੍ਰਾਣ ਬਚਾਏ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਉਹਨਾਂ ਵਿਚਾਰਿਆਂ ਨੇ ਕੀ ਕਰਨਾ ਸੀ, ਉਹਨਾਂ ਨੇ ਕਲੰਕੇ ਦੇ ਕੋਲੋਂ ਆਪਣੇ ਪ੍ਰਾਣ ਬਚਾਉਣਾ ਕੀਤੇ ਨੇ। ਆਪ ਆਪਣੀ ਨਗਰੀ। ਮਹਾਰਾਜ ਕਲਗੀਧਰ ਜੀ ਕਹਿੰਦੇ ਇੰਨੀਆਂ ਛੂਟਾਂ ਵਧੀਆਂ ਨੇ ਯੁੱਧ ਦੇ ਮੈਦਾਨ ਵਿੱਚ, ਤੇ ਕਿਸੇ ਨੇ ਕੀ ਖਲੋਣਾ ਸੀ। ਜਿੱਥੇ ਯੁੱਧ ਭੂਮੀ ਸੀ ਉਹਦੇ ਕਿਨਾਰੇ ਤੇ ਵੀ ਕੋਈ ਨਹੀਂ ਖਲੋਤਾ। ਪਿਛਾਂਹ ਨੂੰ ਭੌਂ ਕੇ ਨਹੀਂ ਵੇਖਿਆ, ਆਪੋ ਆਪਣੇ ਨਗਰਾਂ ਨੂੰ, ਆਪੋ ਆਪਣੀਆਂ ਪੁਰੀਆਂ ਨੂੰ ਭੱਜ ਗਏ ਨੇ। ਅੰਦਰ ਵੜ ਕੇ ਬੂਹੇ ਮਾਰ ਕੇ ਤੇ ਫੇਰ ਉਹਨਾਂ ਨੇ ਸੁਖ ਦਾ ਸਾਹ ਲਿਆ ਏ। ਸੈਨਾ ਸਕਲ ਪਲਾਨੀ ਤਹਤੇ। ਹਾਂ, ਦੇਵਤਿਆਂ ਦੀ ਸਾਰੀ ਸੈਨਾ ਉੱਥੋਂ ਭੱਜ ਗਈ ਹੈ। ਫੂਟ ਗਈ ਜਿਮ ਗਗਰੀ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਵੇਂ ਗਾਗਰ ਟੁੱਟ ਜਾਵੇ ਨਾ, ਫੁੱਟ ਜਾਵੇ, ਤੇ ਚਾਰੇ ਪਾਸੇ ਪਾਣੀ ਹੀ ਪਾਣੀ, ਜਿੱਧਰ ਨੂੰ ਥਾਂ ਮਿਲਦਾ ਉਧਰ ਨੂੰ ਪਾਣੀ ਭੱਜ ਉੱਠਦਾ ਏ ਨੀਵੇਂ ਥਾਂ ਨੂੰ। ਏਦਾਂ ਉੱਥੇ ਮਾਹੌਲ ਬਣਿਆ ਏ। ਕਲੰਕਾ ਜਦੋਂ ਗੱਜਿਆ ਏ ਨਾ, ਜਿਹੜੀ ਦੇਵਤਿਆਂ ਦੀ ਉਹਦੀ ਦੁਆਲੇ ਦੁਆਲੇ ਗਾਗਰ ਬਣੀ ਹੋਈ ਸੀ, ਕਲੰਕੇ ਦੇ ਦੁਆਲੇ ਦੁਆਲੇ ਦੇਵਤਿਆਂ ਦੀ ਗਾਗਰ ਉਹ ਫੁੱਟ ਗਈ ਹੈ। ਸਾਰੇ ਦੇਵਤੇ ਭੱਜ ਗਏ ਹਨ। ਧਰ ਧਰ ਖਾਤ ਦੇਵ ਦਲ ਨਿਸ਼ਚਰ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਨ੍ਹਾਂ ਦੇਵਤਿਆਂ ਦਾ ਦਲ ਹੈ, ਉਹਨਾਂ ਸਾਰਿਆਂ ਦਲਾਂ ਨੂੰ ਫੜ ਫੜ ਕੇ ਮਗਰ ਭੱਜ ਕੇ ਕਲੰਕਾ ਖਾਂਦਾ ਪਿਆ ਏ। ਬਾਟ ਬਟੇਰਣ ਲਗਰੀ। ਹਾਂ, ਲਗਰੀ ਇੱਕ ਬਾਜ ਦੀ ਕਿਸਮ ਹੈ। ਇਹ ਜਿਵੇਂ ਅਸਮਾਨ ਦੇ ਬਾਟ ਕਹੀਏ, ਰਸਤੇ ਦੇ ਉੱਪਰ ਚੱਲ ਕੇ ਬਟੇਰਿਆਂ ਦੇ ਪਿੱਛੇ ਲੱਗ ਕੇ ਬਟੇਰਿਆਂ ਨੂੰ ਖਾਂਦਾ ਏ ਨਾ। ਆਕਾਸ਼ੀ ਰਸਤੇ ਰਾਹੀਂ ਜਿਵੇਂ ਲਗਰੀ ਬਾਜ ਬਟੇਰਿਆਂ ਦੇ ਉੱਪਰ ਧਾ ਕੇ ਪੈਂਦਾ ਏ, ਇਸੇ ਤਰੀਕੇ ਦੇ ਨਾਲ ਕਲੰਕਾ ਅਸਮਾਨ ਦੇ ਮਾਰਗ ਰਾਹੀਂ ਭੱਜ ਕੇ ਉੱਡ ਕਰਕੇ ਦੇਵਤਿਆਂ ਨੂੰ ਖਾਂਦਾ ਪਿਆ ਏ। ਦੇਵ ਯੁੱਧ ਕਰ ਸਕੇ ਨਾ ਤਾਸੋਂ। ਮਹਾਰਾਜ ਕਲਗੀਧਰ ਜੀ ਕਹਿੰਦੇ ਏਡਾ ਬਲੀ ਸੀ, ਦੇਵਤੇ ਉਹਦੇ ਨਾਲ ਯੁੱਧ ਨਹੀਂ ਕਰ ਸਕੇ, ਉਹਦੇ ਅੱਗੇ ਖਲੋ ਨਹੀਂ ਸਕੇ, ਭੱਜ ਗਏ ਯੁੱਧ ਦਾ ਮੈਦਾਨ ਛੱਡ ਕਰਕੇ। ਕਰਤ ਬਿਬਦ ਉਪਚਾਰਾ। ਹਾਂ, ਅਨੇਕਾਂ ਉਪਚਾਰਾ ਯਤਨ ਕਰਕੇ ਆਏ ਸਨ, ਅਨੇਕਾਂ ਯਤਨ ਕਰਕੇ ਉਹਨੂੰ ਮਾਰਨਾ ਚਾਹੁੰਦੇ ਸਨ, ਯਤਨ ਕਰਦੇ ਪਏ ਸਨ ਉਹਨੂੰ ਮਾਰਨ ਦੇ ਅਨੇਕਾਂ ਹੀ, ਪਰ ਇੱਕ ਵੀ ਯਤਨ ਦੇਵਤਿਆਂ ਦਾ ਉਹਦੇ ਉੱਪਰ ਨਹੀਂ ਚੱਲਿਆ। ਬਨਤ ਨਾ ਕੈਸ ਹੂੰ ਕਉ ਉਪਾਵਾ। ਆਪਣੇ ਘਰਾਂ ਵਿੱਚ ਜਾ ਕੇ ਅਨੇਕਾਂ ਯਤਨ ਕਰਦੇ ਪਏ ਨੇ, ਸਲਾਹਾਂ ਬਣਾਉਂਦੇ ਨੇ, ਪਰ ਮਹਾਰਾਜ ਕਲਗੀਧਰ ਜੀ ਕਹਿੰਦੇ ਕੋਈ ਇੱਕ ਯਤਨ ਵੀ ਉਹਦੇ ਉੱਪਰ ਨਹੀਂ ਚੱਲਦਾ ਪਿਆ, ਕੋਈ ਵੀ ਯਤਨ ਨਹੀਂ ਬਣਦਾ ਪਿਆ ਕਲੰਕੀ ਨੂੰ ਮਾਰਨ ਦਾ। ਹਾ ਕਰਤ ਪੁਕਾਰਾ। ਸਾਰੇ ਹਾਏ ਹਾਏ ਕਰਦੇ ਪੁਕਾਰਦੇ ਹੋਏ ਹਾਏ ਕਰਦੇ ਤੁਰੇ ਫਿਰਦੇ ਨੇ, ਇੱਕ ਦੂਜੇ ਦੇ ਗਲੇ ਨਾਲ ਲੱਗ ਕੇ ਰੋਂਦੇ ਪਏ ਨੇ। ਕਹਾਂ ਕੀਨ ਹੈ ਦੈਵ ਦੇਵ ਸੰਗ। ਹਾਂ, ਅਕਾਲ ਪੁਰਖ ਪਰਮੇਸ਼ਰ ਅੱਗੇ ਫਰਿਆਦਾਂ ਕਰਦੇ ਨੇ, ਹੇ ਦੈਵ ਕਹਾਂ ਕੀਨ, ਤੂੰ ਕੀ ਕੀਤਾ ਇਹ ਦੇਵਤਿਆਂ ਦੇ ਨਾਲ, ਦੇਵਤਿਆਂ ਦੇ ਉੱਪਰ ਕੈਸਾ ਤੂੰ ਵਿਖੜਾ ਸਮਾਂ ਲਿਆ ਦਿੱਤਾ ਏ। ਇਸ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਫਰਿਆਦਾਂ ਕਰਦੇ ਪਏ ਨੇ। ਕਹਾਂ ਗਿਆਨੀ ਚੰਦਾ ਸਿੰਘ ਦੀ ਭੀੜ ਵਿੱਚ ਕਹਾਂ ਹਾਹੇ ਦੇ ਕੰਨੇ ਤੇ ਬਿੰਦੀ ਹੈ, ਕਹਾਂ ਮੈਨੇ ਕੀ ਤੇ ਕਹਾ ਮੈਨੇ ਕਹਿਣਾ, ਇਹ ਬਿੰਦੀ ਚਾਹੀਦੀ ਹੈ। ਇਹ ਕੀਨ ਨੰਨੇ ਨੂੰ ਔਂਕੜ ਹੈ, ਇਹ ਕੀਨੋ ਦੇ ਅਰਥ ਵਿੱਚ, ਕਹਾਂ ਕੀਨੋ ਕੀ ਕੀਤਾ ਇਹ, ਹੇ ਦੈਵ ਦੇਵਤਿਆਂ ਦੇ ਨਾਲ ਤੂੰ ਕਿਹੋ ਜਿਹਾ ਭੈੜਾ ਸਮਾਂ ਦੇਵਤਿਆਂ ਦੇ ਸਿਰ ਉੱਪਰ ਬਣਾ ਦਿੱਤਾ ਏ। ਦੇਵਨ ਕਹਾਂ ਬਿਗਾਰਾ। ਹਾਂ, ਰੋਹ ਵਿੱਚ ਆ ਕੇ ਰੱਬ ਨੂੰ ਉਲਾਂਭੇ ਮਾਰਦੇ ਪਏ ਨੇ, ਰੱਬਾ ਦੇਵਤਿਆਂ ਨੇ ਤੇਰਾ ਕੀ ਵਿਗਾੜਿਆ ਸੀ,
ਐਡਾ ਜੋ ਕਲੰਕਾ ਦੈਂਤ ਤੂੰ ਪੈਦਾ ਕਰਕੇ ਤੇ ਸਾਡੇ ਪੁਰੀਆਂ ਦੀ, ਸਾਡੇ ਪਰਿਵਾਰ ਦੀ ਐਸੀ ਤੂੰ ਦੁਰਦਸ਼ਾ ਕਰਵਾ ਰਿਹਾ ਏ। ਬਚੈ ਨ ਕਉ ਕੈਸ ਹੂੰ ਯਾਸੋ। ਹਾਂ, ਪਰਮੇਸ਼ਰ ਅੱਗੇ ਬੇਨਤੀਆਂ ਕਰਦੇ ਨੇ, ਰੱਬਾ ਇਹਦੇ ਕੋਲੋਂ ਕੋਈ ਵੀ ਕਿਸੇ ਵੀ ਢੰਗ ਦੇ ਨਾਲ ਬਚੇਗਾ ਨਹੀਂ। ਜਾਂ ਸੋ ਕਲੰਕਾ ਦੇ ਕੋਲੋਂ ਕੋਈ ਵੀ ਕਿਸੇ ਢੰਗ ਦੇ ਨਾਲ ਬਚ ਨਹੀਂ ਪਾਵੇਗਾ। ਖਾਏ ਗਇਓ ਜਗ ਸਾਰਾ। ਹਾਂ, ਅੱਗੇ ਸਾਰਾ ਸੰਸਾਰ ਖਾ ਗਿਆ ਏ, ਹੋਰ ਜਿਹੜੇ ਬਚੇ ਖੁਸ਼ੇ ਨੇ ਉਹਨਾਂ ਨੂੰ ਵੀ ਖਾ ਜਾਵੇਗਾ। ਬਿਆਕੁਲ ਸਭੀ ਦੇਵ ਦੇਵਾਂਗਨ। ਹਾਂ, ਸਾਰੇ ਦੇਵਤੇ ਤੇ ਦੇਵਤਿਆਂ ਦੀਆਂ ਘਰ ਵਾਲੀਆਂ ਬਿਆਕਲ ਕਰ ਦਿੱਤੀਆਂ ਨੇ, ਸਾਰੇ ਬੜੇ ਦੁਖੀ ਹੋਏ ਨੇ। ਮਹਾਰਾਜ ਕਲਗੀਧਰ ਜੀ ਕਹਿੰਦੇ ਮੁਖ ਮਲੀਨ ਭਇਓ ਕੈਸੇ। ਮਹਾਰਾਜ ਕਲਗੀਧਰ ਜੀ ਕਹਿੰਦੇ ਸਾਰਿਆਂ ਦੇ ਚਿਹਰੇ ਉਤਰ ਗਏ ਨੇ, ਮੁਖ ਮਲੀਨ ਹੋ ਗਏ ਨੇ, ਚਿਹਰਿਆਂ ਦੀ ਸ਼ੋਭਾ ਨਹੀਂ ਰਹੀ। ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਮੁਖ ਮਲੀਨ ਹੋਏ ਨੇ, ਉਹਨਾਂ ਦੇ ਚਿਹਰੇ ਢਿੱਲੇ ਪਏ ਨੇ। ਜਦੋਂ ਕਿਸੇ ਦਾ ਨੁਕਸਾਨ ਹੋ ਜਵੇ ਨਾ ਤੇ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਏ ਵੀ ਇਹਦਾ ਬੜਾ ਨੁਕਸਾਨ ਹੋਇਆ ਏ। ਉਹਦਾ ਚਿਹਰਾ ਢਲ ਜਾਂਦਾ ਏ, ਉਦਾਸੀ ਉਹਦੇ ਚਿਹਰੇ ਦੇ ਉੱਪਰ ਮਾਯੂਸੀ ਆ ਕਰਕੇ ਛਾ ਜਾਂਦੀ ਹੈ। ਤੇ ਮਹਾਰਾਜ ਕਲਗੀਧਰ ਜੀ ਕਹਿੰਦੇ ਚਿਹਰਿਆਂ ਦੇ ਉੱਪਰ ਉਦਾਸੀ ਛਾਈ ਹੋਈ ਹੈ, ਹੁਣ ਖੁਸ਼ੀ ਨਹੀਂ ਹੈ, ਦੁੱਖ ਦੇ ਨਾਲ ਮਲੀਨ ਹੋਏ ਪਏ ਨੇ। ਕਿਵੇਂ ਉਹ ਉਦਾਸ ਹੋਏ ਨੇ? ਮਹਾਰਾਜ ਕਲਗੀਧਰ ਜੀ ਕਹਿੰਦੇ ਮੈਂ ਉਦਾਹਰਣ ਦਿੰਦਾ ਤੁਹਾਨੂੰ ਖਾਲਸਾ ਜੀ, ਤੁਹਾਨੂੰ ਮੈਂ ਦੱਸਦਾ ਵੀ ਕੈਸੇ ਉਹਨਾਂ ਦੇ ਚਿਹਰੇ ਜਾਪਦੇ ਨੇ। ਸ਼ੀਨ ਭਈ ਆਨਨ ਦੁਤ ਸ਼ੁਭ ਸਭ। ਮਹਾਰਾਜ ਕਲਗੀਧਰ ਜੀ ਕਹਿੰਦੇ ਸ਼ਬ ਮੈਨੇ ਸ਼ੋਭਾ, ਉਹਨਾਂ ਦੇ ਚਿਹਰਿਆਂ ਦੀ ਦੁੱਤ ਸ਼ਬ ਸਾਰੀ ਸ਼ੀਨ ਮੈਨੇ ਕਮਜ਼ੋਰ ਹੋ ਗਈ ਹੈ। ਇਹ ਭੁਜੰਗੀ ਸਿੰਘ ਸ਼ਬ ਨੂੰ ਸ਼ੁਭ ਪੜਦਾ ਹੈ। ਇਹ ਪਹਿਲਾਂ ਗੁਰੂ ਖਾਲਸਾ ਜੀ ਜਦੋਂ ਸੰਥਿਆ ਕਰਵਾਈ ਦੀ ਹੈ ਉਦੋਂ ਧਿਆਨ ਨਹੀਂ ਦਿੰਦੇ ਤੇ ਨਾ ਪਾਠ ਨੂੰ ਪਕਾਉਂਦੇ ਹੈ। ਤੇ ਬਾਅਦ ਵਿੱਚ ਹੁਣ ਸ਼ੁਭ ਦਾ ਅਰਥ ਕੀ ਹੈ ਤੇ ਸ਼ਬਦ ਦਾ ਅਰਥ ਕੀ ਹੈ? ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਲਈ ਸੰਥਿਆ ਨੂੰ ਪਕਾਉਣਾ ਚਾਹੀਦਾ ਹੈ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜਿਹੜੀ ਚਿਹਰੇ ਦੀ ਸ਼ੋਭਾ ਹੈ ਉਹ ਕਮਜ਼ੋਰ ਹੋ ਗਈ ਹੈ। ਛੀਨ ਨਾਮ ਕਮਜ਼ੋਰ ਦਾ ਹੈ, ਚਿਹਰੇ ਦੀ ਸ਼ੋਭਾ ਢਲ ਗਈ ਹੈ। ਪੂਰਨ ਤੇ ਪਰਵਾ ਸਸ ਜੈਸੇ। ਹਾਂ, ਪੂਰਨ ਮੈਨੇ ਪੁੰਨਿਆ ਤੇ ਪਰਵਾ ਮੈਨੇ ਪਹਿਲਾ। ਇਹ ਪਰਵਾ ਪਾਠ ਚਾਹੀਦਾ ਏ। ਮਾਤਾ ਜੀ ਤੇ ਗਿਆਨੀ ਚੰਦਾ ਸਿੰਘ ਜੀ ਦੀ ਬੀੜ ਵਿੱਚ ਪਰਵਾ ਪਾਠ ਵੇਖਿਆ ਹੈ ਤੇ ਪਾਠ ਬੋਧ ਵਿੱਚ ਵੀ ਗਿਆਨੀ ਸਿੰਘਾਂ ਨੇ ਵਿਚਾਰ ਕਰਕੇ ਪਰਵਾ ਪਾਠ ਕੀਤਾ ਸੀ। ਮਹਾਰਾਜ ਕਲਗੀਧਰ ਜੀ ਕਹਿੰਦੇ ਪੁੰਨਿਆਂ ਤੋਂ ਪਹਿਲਾਂ ਜਿਵੇਂ ਚੰਦਰਮੇ ਦਾ ਹੁੰਦਾ ਹੈ ਨਾ ਪ੍ਰਕਾਸ਼, ਪੂਰਨਮਾਸ਼ੀ ਦੇ ਚੰਦਰਮੇ ਵੱਲ ਵੇਖੀਏ ਤੇ ਐ ਪੂਰਾ ਪ੍ਰਕਾਸ਼ ਦਿੰਦਾ ਹੈ, ਤੇ ਪੂਰਨਮਾਸ਼ੀ ਤੋਂ ਪਹਿਲਾਂ ਵੇਖੀਏ ਤੇ ਚੰਦਰਮੇ ਦਾ ਪੂਰਾ ਪ੍ਰਕਾਸ਼ ਨਹੀਂ ਨਾ ਹੁੰਦਾ ਜਿੱਦਾਂ, ਇਦਾਂ ਮਹਾਰਾਜ ਕਲਗੀਧਰ ਜੀ ਕਹਿੰਦੇ ਦੇਵਤਿਆਂ ਦੇ ਚਿਹਰੇ ਖਿੜੇ ਨਹੀਂ ਹੈ, ਉਹ ਮੱਸਿਆਂ ਦੇ ਚੰਦ ਵਰਗੇ ਪ੍ਰਤੀਤ ਹੁੰਦੇ ਪਏ ਹਨ। ਕਰਤ ਉਪਾਏ ਕੋਟ ਸੁਰ ਸਗਲੇ। ਹਾਂ, ਸਾਰੇ ਹੀ ਦੇਵਤੇ ਇਕੱਠੇ ਹੋ ਕਰਕੇ ਕਰੋੜਾਂ ਹੀ ਯਤਨ ਕਰਦੇ ਪਏ ਨੇ। ਫੁਰਤ ਨਾ ਕੋਉ ਐਸੇ। ਇਹੋ ਜਿਹਾ ਹਾਲ ਸਾਰਿਆਂ ਦਾ ਬਣ ਗਿਆ ਏ, ਕਿਸੇ ਨੂੰ ਕੋਈ ਯਤਨ ਫੁਰਦਾ ਹੀ ਨਹੀਂ ਪਿਆ। ਕਿਰਿਆਹੀਨ ਮੰਤਰ ਜਿਮ ਸਾਧਿਤ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਵੇਂ ਕਿਰਿਆ ਤੋਂ ਹੀ ਨਾ ਕੋਈ ਕਿਰਿਆ ਹੀ ਨਾ ਆਪਣੀ ਸਵਾਰੇ, ਕੋਈ ਕੇਸੀ ਇਸ਼ਨਾਨ ਨਾ ਕਰੇ, ਕੋਈ ਨਹਾਵੇ ਨਾ, ਕੋਈ ਧੂਪ ਜੋਤ ਨਾ ਲਗਾਵੇ ਤੇ ਮੈਲਾ ਕਚੈਲਾ ਹੋ ਕੇ ਕੋਈ ਮੰਤਰ ਜਪਣ ਲੱਗ ਪਵੇ ਜਿਵੇਂ ਕੋਈ ਹੋਤ ਨਿਰਫਲ ਫਲ ਤੈਸੇ। ਹਾਂ, ਜਿਵੇਂ ਉਹ ਪੜਿਆ ਹੋਇਆ ਮੰਤਰ ਕੀਤੀ ਹੋਈ ਕਮਾਈ ਨਿਰਫਲ ਹੋ ਜਾਂਦੀ ਹੈ, ਨਿਰਫਲ ਹੋ ਜਾਂਦੀ ਹੈ, ਉਹਦਾ ਕੋਈ ਫਲ ਨਹੀਂ ਪ੍ਰਾਪਤ ਹੁੰਦਾ। ਤੇ ਤੈਸੇ ਤਿਵੇਂ ਹੀ ਸਾਰਿਆਂ ਦੇ ਚਿਹਰਿਆਂ ਦੀ ਰੌਣਕ ਘਟੀ ਹੈ ਤੇ ਕਿਸੇ ਨੂੰ ਕੋਈ ਵੀ ਗੱਲ ਨਹੀਂ ਫੁਰਦੀ ਪਈ ਵੀ ਕਲੰਕੇ ਨੂੰ ਕਿਵੇਂ ਮਾਰਿਆ ਜਾਵੇ। ਕੋਪਿਓ ਸਕਰ ਕਾਲ ਸਮ ਗਰਜਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਦੇਵਤਿਆਂ ਦਾ ਇਹੋ ਜਿਹਾ ਹਾਲ ਵੇਖਿਆ ਨਾ ਤੇ ਸਕਰ ਇੰਦਰ ਵੀ ਬੜਾ ਗੁੱਸੇ ਵਿੱਚ ਆਇਆ ਤੇ ਕਾਲ ਮੌਤ ਦੇ ਸਮਾਨ ਗਰਜਿਓ ਮੈਨੇ ਗੱਜਿਆ ਏ। ਕਹਿਓ ਦੇਵ ਸਭ ਹਾਰੇ। ਹਾਂ, ਕਹਿਣ ਲੱਗਾ ਦੇਵਤਿਓ ਤੁਹਾਡੀਆਂ ਬਾਹਾਂ ਵਿੱਚ ਬਾਲੀ ਕੋਈ ਨਹੀਂ,
ਤੁਸੀਂ ਪੂਜਾ ਹੀ ਕਰਵਾਉਣ ਜੋਗੇ ਹੋ। ਤੁਸੀਂ ਲੋਕਾਂ ਦੇ ਕੋਲੋਂ ਆਪਣੀ ਪੂਜਾ ਅਰਚਨਾ ਕਰਵਾ ਕੇ ਬਸ ਇੰਨੇ ਵਿੱਚ ਹੀ ਖੁਸ਼ ਰਹਿਣ ਜੋਗੇ ਹੋ। ਤੁਹਾਡੀਆਂ ਬਾਹਾਂ ਵਿੱਚ ਬਲ ਨਹੀਂ ਹੈਗੇ, ਤੁਹਾਡੀਆਂ ਬਾਹਾਂ ਵਿੱਚ ਬਲ ਨਹੀਂ ਹੈਗਾ। ਤੁਸੀਂ ਬਸ ਐਵੇਂ ਹੀ ਜੰਗ ਦੇ ਮੈਦਾਨ ਵਿੱਚ ਗਏ ਹੋ ਤੇ ਹਾਰ ਖਾ ਕੇ ਆ ਗਏ ਹੋ। ਐਵੇਂ ਪੂਜਾ ਪ੍ਰਤਿਸ਼ਠਾ ਜੋਗੇ ਹੀ ਹੋ ਤੁਸੀਂ। ਭੱਜੇ ਤਿਆਗ ਆਹਵ ਸੁਰ ਸਕਲੇ। ਹਾਂ, ਸਾਰੇ ਦੇਵਤੇ ਤੁਸੀਂ ਜੰਗ ਦੇ ਮੈਦਾਨ ਨੂੰ ਛੱਡ ਕੇ ਤੇ ਪਛਾਣ ਨੂੰ ਭੱਜ ਆਏ ਹੋ। ਪੂਜਾ ਕਰਵਾਉਣ ਜੋਗੇ ਹੋ ਸਾਰੇ ਤੁਸੀਂ। ਲੈ ਲੈ ਪ੍ਰਾਣ ਉਬਾਰੇ। ਤੁਸੀਆਂ ਨੇ ਆਪੋ ਆਪਣੇ ਪ੍ਰਾਣ ਲੈ ਕੇ ਬਚਾਏ ਨੇ, ਭੱਜ ਕੇ ਆਪੋ ਆਪਣੇ ਪ੍ਰਾਣਾਂ ਨੂੰ ਬਚਾਉਣਾ ਕੀਤਾ ਏ। ਡਰਤ ਸਮਰਤੇ ਜੀ ਅਸ਼ ਪਾਵਤ। ਹਾਂ, ਤੁਸੀਂ ਸਾਰੇ ਜੰਗ ਦੇ ਮੈਦਾਨ ਤੋਂ ਡਰ ਕੇ ਭੱਜ ਆਏ ਹੋ ਤੇ ਆਪਣੇ ਜੀਵਨ ਨੂੰ ਛੁਪਾਉਂਦੇ ਪਏ ਹੋ। ਆਪਣੇ ਜੀਵਨ ਲਈ ਆਪਣੇ ਆਪ ਨੂੰ ਛੁਪਾਉਂਦੇ ਫਿਰਦੇ ਹੋ। ਜੰਗ ਦੇ ਮੈਦਾਨ ਤੋਂ ਡਰ ਕੇ ਭੱਜ ਆਏ ਹੋ ਤੇ ਹੁਣ ਤੁਸੀਂ ਆਪਣੇ ਜੀਵ ਭਾਵ ਨੂੰ ਬਚਾਉਂਦੇ ਪਏ ਹੋ ਛੁਪ ਕਰਕੇ। ਸ਼ਸਤਰ ਅਸਤਰ ਕਰ ਡਾਰੇ। ਕਾਹਦੇ ਤੁਸੀਂ ਦੇਵਤੇ ਹੋ, ਸ਼ਸਤਰ ਤੇ ਅਸਤਰ ਤੁਸਾਂ ਨੇ ਹੱਥਾਂ ਵਿੱਚੋਂ ਸੁੱਟ ਦਿੱਤੇ ਨੇ। ਫਾਸ ਪਰੇ ਸੁਤ ਬਿਤ ਮਦ ਪ੍ਰਭਤਾ। ਹਾਂ, ਕਹਿੰਦਾ ਵੀ ਤੁਸੀਂ ਤੇ ਮੋਹ ਦੀ ਫਾਈ ਦੇ ਵਿੱਚ ਫਸੇ ਹੋਏ ਹੋ। ਤੁਹਾਨੂੰ ਆਪਣੇ ਪੁੱਤਾਂ ਦਾ, ਆਪਣੇ ਧਨ ਦਾ, ਮਦ ਵਡਿਆਈ ਦਾ, ਪ੍ਰਭਤਾ ਦਾ, ਇਹਦਾ ਹੀ ਤੁਹਾਨੂੰ ਮੋਹ ਹੈ। ਇਹ ਮੋਹ ਵਿੱਚ ਸਾਰੇ ਦੇਵਤੇ ਤੁਸੀਂ ਫਸੇ ਹੋਏ ਹੋ। ਬਨਤਾ ਤਜਤ ਨ ਕਾਰੇ। ਹਾਂ, ਕਾਰੇ ਨੀਚ ਹੋ। ਤੁਸੀਂ ਤੇ ਆਪਣੀ ਘਰਵਾਲੀ ਦਾ ਸੰਗ ਨਹੀਂ ਇੱਕ ਪੈਰ ਲਈ ਛੱਡ ਸਕਦੇ। ਤੁਸਾਂ ਨੇ ਜੰਗ ਕੀ ਜਿੱਤ ਲੈਣਾ ਹੈ। ਬਨਤਾ ਤਜਤ ਨ ਕਾਰੇ। ਕਾਰੇ ਮੈਨੇ ਨੀਚ। ਉਹ ਨੀਚੋ ਘਰਵਾਲੀ ਦੇ ਮੋਹ ਵਿੱਚ ਫਸੇ ਹੋਏ ਹੋ। ਇੱਕ ਘੜੀ ਘਰਵਾਲੀ ਦਾ ਮੋਹ ਨਹੀਂ ਛੱਡ ਸਕਦੇ ਤੁਸੀਂ। ਤੁਸਾਂ ਨੇ ਕਲੰਕੇ ਨੂੰ ਕੀ ਮਾਰ ਲੈਣਾ ਹੈ। ਇਸ ਤਰੀਕੇ ਨਾਲ ਚੰਗਾ ਸ਼ਰਮਿੰਦਿਆਂ ਕੀਤਾ ਦੇਵਤਿਆਂ ਦੇ ਤਾਈ ਇੰਦਰ ਨੇ। ਦਾਰੇ ਦਾਰੇ ਦੀਹ ਧੌਂਸੜਾ। ਹਾਂ, ਕਹਿੰਦਾ ਸਾਰੇ ਮਰ ਗਏ ਹੋ ਤੁਸੀਂ। ਹੁਣ ਵਜਾਓ ਜੰਗੀ ਨਗਾਰਾ, ਮੈਂ ਜੰਗ ਨੂੰ ਚੜ੍ਹਦਾ ਹਾਂ। ਦੀਹ ਮੈਨੇ ਵੱਡਾ, ਧੌਂਸੜਾ ਨਗਾਰਾ। ਉਹਨੇ ਕਿਹਾ ਵਜਾਉਣ ਵਾਲੇ ਵਜੰਤਰੀ ਨੂੰ, ਨਗਾਰਚੀ ਨੂੰ, ਦੈਰੇ ਦੈਰੇ ਦੈ ਮੈਨੇ ਵਜਾ, ਰੇ ਮੈਨੇ ਇਹ ਭਾਈ ਨਗਾਰਾ ਵਜਾ, ਨਗਾਰਾ ਵਜਾ, ਜੰਗ ਦੇ ਮੈਦਾਨ ਨੂੰ ਮੈਂ ਚੜਾਂਗਾ। ਸਾਰੇ ਦੇਵਤੇ ਮਰ ਗਏ ਨੇ। ਕੋਸ ਜਝੂਆ ਦਾਰੇ। ਹਾਂ, ਕੋਸ ਮੈਨੇ ਨਗਾਰਾ ਤੇ ਜਝੂਆ ਜੰਗੀ। ਕਹਿਣ ਲੱਗਾ ਜੰਗੀ ਨਗਾਰਾ ਵਜਾ। ਹੁਣ ਆ ਧਾ ਦੀ ਬਾਜੀ ਹੈ, ਜਾਂ ਮੈਂ ਮਰਾਂਗਾ ਤੇ ਜਾਂ ਕਲੰਕੇ ਨੂੰ ਮਾਰਾਂਗਾ। ਚੜਿਓ ਆਪ ਸੁਰ ਪਰ, ਚੜਿਓ ਆਪ ਸੁਰਪਤ ਰਿਸ ਭਰ ਕਰ। ਮਹਾਰਾਜ ਕਲਗੀਧਰ ਜੀ ਕਹਿੰਦੇ ਸੁਰਪਤ ਇੰਦਰ ਗੁੱਸੇ ਦੇ ਵਿੱਚ ਆਪਣੇ ਮਨ ਵਿੱਚ ਗੁੱਸਾ ਭਰ ਕਰਕੇ ਜੰਗ ਦੇ ਮੈਦਾਨ ਨੂੰ ਚੜਿਆ ਏ। ਭਈ ਸੈਨ ਏਕ ਠਹਿਰੇ। ਹਾਂ, ਭਈ ਸੈਨ ਇੱਕ ਠਹਿਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਇੱਕ ਥਾਂ ਤੇ ਸਾਰੀ ਸੈਨਾ ਇਕੱਠੀ ਹੋਈ ਹੈ। ਫਹਿਰਤ ਤੁਜਾ ਆਕਾਸ਼ ਮੰਡਲ ਮਹਿ। ਮਹਾਰਾਜ ਕਲਗੀਧਰ ਜੀ ਕਹਿੰਦੇ ਆਕਾਸ਼ ਮੰਡਲ ਦੇ ਵਿੱਚ ਸਾਰਿਆਂ ਦੀਆਂ ਝੰਡੀਆਂ ਝੂਲਦੀਆਂ ਪਈਆਂ ਨੇ। ਉਤੇ ਚੰਦਰਬੰਸੀ ਸੂਰਮੇ ਚੜੇ ਨੇ। ਉਹ ਚੰਦਰਮੇ ਦੀ ਨਿਸ਼ਾਨ ਵਾਲੀ ਝੰਡੀ ਨਿਸ਼ਾਨ ਲੈ ਕੇ ਆਏ ਨੇ। ਸੂਰਜਵੰਸ਼ੀ ਸੂਰਜ ਦੇ ਨਿਸ਼ਾਨ ਵਾਲੀ ਝੰਡੀ ਲੈ ਕੇ ਆਏ ਨੇ। ਇਹ ਤਾਂ ਆਪੋ ਆਪਣੇ ਨਿਸ਼ਾਨ ਲੈ ਕਰਕੇ ਜੰਗ ਦੇ ਮੈਦਾਨ ਵਿੱਚ ਸੂਰਮੇ ਆਏ ਨੇ ਤੇ ਉਹਨਾਂ ਦੇ ਝੰਡੇ ਆਕਾਸ਼ ਵਿੱਚ ਝੁਲਦੇ ਪਏ ਨੇ। ਭਾਨ ਨਾ ਜਾਵੇ ਹੇਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਨਿਸ਼ਾਨਾ ਨਗਾਰਿਆਂ ਦੀ ਛਤਰ ਛਾਇਆ ਹੇਠ ਇੰਦਰ ਜੰਗ ਦੇ ਮੈਦਾਨ ਨੂੰ ਚੜਿਆ ਹੈ। ਇੰਨੇ ਨਿਸ਼ਾਨ ਇੰਦਰ ਦੇ ਸਿਰ ਦੇ ਉੱਪਰ ਝੂਲਦੇ ਪਏ ਨੇ। ਉਹਨਾਂ ਦੀਆਂ ਝੰਡੀਆਂ ਝੂਲਦੀਆਂ ਪਈਆਂ ਨੇ। ਤਾਂ ਨੂੰ ਵੇਖੀਏ ਤੇ ਸੂਰਜ ਨਹੀਂ ਵੇਖਿਆ ਜਾਂਦਾ। ਨਿਸ਼ਾਨਾਂ ਦੇ ਪਰਲੇ ਝੁਲਦੇ ਹੋਏ ਦਿਖਾਈ ਦਿੰਦੇ ਪਏ ਨੇ। ਸੰਗਲ ਦੀਹ ਸੰਦੂਕ ਬਜਰ ਕੋ। ਹਾਂ, ਇੰਦਰ ਨੇ ਵਿਉਂਤ ਬਣਾਈ ਤੇ ਉਹ ਵਦੋਂ ਵਿਉਂਤ ਦੇ ਤਹਿਤ ਉਹਨੇ ਇੱਕ ਨਾ ਸੰਦੂਖ ਲਿਆ ਏ। ਇੱਕ ਸੰਦੂਖ ਨਹੀਂ, 60,000 ਸੰਦੂਖ ਲਿਆ ਏ। ਬੱਜਰ ਮੈਨੇ ਲੋਹੇ ਦਾ, ਪੱਥਰਾਂ ਦਾ, ਪੱਥਰ ਦੇ ਲੋਹੇ ਦੇ ਨਾਲ ਮੜਿਆ ਹੋਇਆ ਬਣਿਆ ਹੋਇਆ ਸੀ ਤੇ ਬੜੇ ਬੜੇ ਸੰਗਲ ਲਏ ਨੇ।
ਇਹ ਸਾਰੀ ਸਮੱਗਰੀ ਗੱਡਿਆਂ ਤੇ ਲੱਦ ਕੇ ਤੇ ਜੰਗ ਦੇ ਮੈਦਾਨ ਨੂੰ ਚੜਿਆ ਏ। 60 ਸਹੰਸਰ ਜੇਰੇ। ਹਾਂ 60,000 ਸੰਦੂਕ ਲਏ ਨੇ, ਜੀਰੇ ਮੈਨੇ ਕੈਦ ਕਰਨ ਵਾਲੇ। ਉਹ ਲੋਹੇ ਦੇ ਬਣੇ ਸੀ ਤੇ ਪੱਥਰਾਂ ਦੇ ਨਾਲ ਮੜੇ ਹੋਏ ਸਨ, ਐਸੇ ਉਹ ਸੰਦੂਕ ਸਨ। ਕਿਉਂਕਿ ਬੱਜਰ ਦਾ ਅਰਥ ਲੋਹਾ ਵੀ ਹੁੰਦਾ ਏ ਤੇ ਪੱਥਰ ਵੀ ਹੁੰਦਾ ਏ, ਇਦਾਂ ਪ੍ਰਕਰਨ ਦੇ ਨਾਲ ਅਰਥ ਸਮਝਣਾ। ਸਨਮੁਖ ਸਮਰ ਦੈਤ ਸੰਗ ਜੁੱਟੇ। ਮਹਾਰਾਜ ਕਲਗੀਧਰ ਜੀ ਕਹਿੰਦੇ ਸਾਹਮਣੇ ਗਿਆ ਏ ਇੰਦਰ ਫੌਜਾਂ ਲੈ ਕੇ, ਇੱਕ ਪਾਸੇ ਕਲੰਕਾ ਗੱਜਦਾ ਪਿਆ ਏ ਤੇ ਜੰਗ ਦੇ ਮੈਦਾਨ ਦੇ ਵਿੱਚ ਸਾਹਮਣੇ ਇੱਕ ਦੂਜੇ ਦੇ ਜਾ ਕੇ ਜੁਟ ਪਏ ਨੇ। ਦੇਵਰਾਜ ਹਠ ਠਾਨਾ। ਹਾਂ ਦੇਵਰਾਜ ਇੰਦਰ ਨੇ ਜੰਗ ਦੇ ਮੈਦਾਨ ਵਿੱਚ ਜਾ ਕੇ ਹਠ ਕਰਨਾ ਕੀਤਾ ਏ। ਪੂਰੇ ਹਾਠ ਵਿੱਚ ਆ ਕੇ ਪੈਰ ਦਬਾ ਕੇ ਜੰਗ ਦੇ ਮੈਦਾਨ ਦੇ ਵਿੱਚ ਜਾ ਖਲੋਤਾ ਏ। ਆਯੁਧ ਕੋਟ ਕੋਟ ਸੁਰ ਡਾਰਤ। ਮਹਾਰਾਜ ਕਲਗੀਧਰ ਜੀ ਕਹਿੰਦੇ ਅਨੇਕਾਂ ਹੀ ਸ਼ਸਤਰ ਤੇ ਅਸਤਰ ਲੈ ਕਰਕੇ ਦੇਵ ਤੇ ਕਲੰਕੇ ਦੈਂਤ ਦੇ ਉੱਪਰ ਸੁੱਟਦੇ ਪਏ ਹਨ। ਬਜਰਬਾਨ ਸੰਧਾਨਾ। ਮਹਾਰਾਜ ਕਲਗੀਧਰ ਜੀ ਕਹਿੰਦੇ ਪੱਥਰ ਵਰਸਾਉਣ ਵਾਲੇ ਤੀਰ ਸੰਧਾਨਾ ਸਿੰਨ ਸਿੰਨ ਕੇ ਮਾਰਦੇ ਪਏ ਨੇ। ਇੱਥੇ ਬੱਜਰਬਾਨ ਪਾਠ ਹੈ, ਬੱਬੇ ਦੇ ਅਧਿਕ, ਜੱਜੇ ਦੇ ਪੈਰ ਚਰਾਰਾ, ਬੱਜਰ ਤੇ ਬੱਬੇ ਨੂੰ ਕੰਨਾ ਤੇ ਨੰਨਾ ਬਾਣ। ਇਹ ਪਾਠ ਬੋਧ ਵਿੱਚ ਗਿਆਨੀ ਸਿੰਘਾਂ ਨੇ ਵਿਚਾਰਿਆ ਸੀ, ਪੁਰਾਤਨ ਬੀੜਾਂ ਤੋਂ ਵੇਖਿਆ ਸੀ। ਬੁੱਢੇ ਦਾਲ ਸ਼੍ਰੋਮਣੀ ਗੁਰੂ ਕੇ ਪੰਥ ਖਾਲਸੇ ਦੇ ਤੋਸ਼ੇ ਖਾਨੇ ਵਿੱਚ ਇੱਕ ਸੁਨਹਿਰੀ ਬੀੜ ਹੈ ਸ਼੍ਰੀ ਸਰਬਲੋ ਪ੍ਰਕਾਸ਼ ਦੀ, ਸੋਨੇ ਦੇ ਨਾਲ ਕੰਮ ਕੀਤਾ ਹੋਇਆ ਏ ਉਹ ਬੀੜ ਦੇ ਉੱਪਰ। ਉਹਦੇ ਵਿੱਚ ਇਹ ਪਾਠ ਬੱਜਰਬਾਨ ਵੇਖਿਆ ਸੀ। ਮਾਤਾ ਜੀ ਦੇ ਅਸਥਾਨ ਤੇ ਜੋ ਬੀੜ ਹੈ ਤੇ ਗਿਆਨੀ ਚੰਦਾ ਸਿੰਘ ਦੀ ਜੋ ਲਿਖਤੀ ਬੀੜ ਹੈ ਉਹਦੇ ਵਿੱਚ ਵੀ ਇਹ ਬੱਜਰਬਾਨ ਪਾਠ ਵੇਖਿਆ ਸੀ। ਸੋ ਪੱਥਰ ਵਰਸਾਉਣ ਵਾਲੇ ਤੀਰ ਸਿੰਨ ਸਿੰਨ ਕੇ ਕਲੰਕੇ ਦੀ ਤਰਫ ਨੂੰ ਮਾਰੇ ਹਨ। ਗੋਲਾ ਕੋਟ ਕੋਟ ਮਨ ਨਿਸ਼ਚਰ। ਮਹਾਰਾਜ ਕਲਗੀਧਰ ਜੀ ਕਹਿੰਦੇ ਦੈਂਤ ਨੂੰ ਮਾਰਨ ਵਾਸਤੇ ਕਰੋੜਾਂ ਦੀ ਗਿਣਤੀ ਵਿੱਚ ਗੋਲੇ ਮਾਰੇ ਨੇ। ਮਨ ਦਾ ਅਰਥ ਹੁੰਦਾ ਏ ਸ਼੍ਰੋਮਣੀ, ਜਾਂ ਮਨ ਦੇ ਗੋਲੇ ਕਰੋੜਾਂ ਦੀ ਗਿਣਤੀ ਦੇ ਵਿੱਚ ਮਾਰਨਾ ਕੀਤੇ ਹਨ। ਤੱਕ ਤੱਕ ਨਿਸ਼ਚਰ ਸ਼ਾਨਾ। ਮਹਾਰਾਜ ਕਲਗੀਧਰ ਜੀ ਕਹਿੰਦੇ ਤੱਕ ਤੱਕ ਕਰਕੇ ਦੈਂਤ ਨੂੰ ਤੀਰ ਮਾਰੇ ਨੇ, ਗੋਲੇ ਮਾਰੇ ਨੇ ਤੇ ਉਹਦਾ ਸਰੀਰ ਛਾਨਣੀ ਕਰ ਦਿੱਤਾ ਏ, ਭਾਵ ਸ਼ਾਨਾ ਕਮਜ਼ੋਰ ਕਰ ਦਿੱਤਾ ਏ ਜ਼ਖਮ ਲਗਾ ਕਰਕੇ। ਜੰਤਰ ਮੰਤਰ ਤੰਤਰ ਬਹੁ ਕੀਨੇ। ਹਾਂ ਇੰਦਰ ਨੇ ਬਹੁਤੇ ਜੰਤਰ ਮੰਤਰ ਤੇ ਤੰਤਰ ਯੁੱਧ ਦੇ ਮੈਦਾਨ ਵਿੱਚ ਜਾ ਕੇ ਕੀਤੇ ਨੇ ਕਿ ਜੰਤਰਾਂ ਮੰਤਰਾਂ ਦੇ ਬਲ ਨਾਲ ਹੀ ਕਲੰਕਾ ਸਾਡੇ ਅਧੀਨ ਹੋ ਜਾਵੇ, ਸਾਡੀ ਕੈਦ ਵਿੱਚ ਆ ਜਾਵੇ। ਵੇਦਵਤ ਵੇਦ ਪੁਰਾਨਾ। ਹਾਂ ਵੇਦਾਂ ਤੇ ਪੁਰਾਣਾਂ ਦੇ ਵਿੱਚ ਜਿਵੇਂ ਵਿਧੀ ਦੱਸੀ ਹੈ, ਵਿਧੀ ਦੇ ਅਨੁਸਾਰ ਮੰਤਰ ਜੰਤਰ ਪੜ੍ਹੇ ਨੇ। ਕਿਉਂਕਿ ਜਿੰਨਾ ਚਿਰ ਵਿਧੀ ਦੇ ਨਾਲ ਕਿਸੇ ਸ਼ਬਦ ਦਾ ਆਪਾਂ ਜਾਪ ਨਹੀਂ ਨਾ ਕਰਦੇ, ਫਲ ਨਹੀਂ ਮਿਲਦਾ। ਵਿਧੀ ਹੁੰਦੀ ਹੈ, ਵਿਧਾਨ ਹੁੰਦਾ ਹੈ, ਮਰਿਆਦਾ ਹੁੰਦੀ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਵਿਧੀ ਦੱਸੀ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਕਿਵੇਂ ਨਾਮ ਜਪਣਾ ਹੈ, ਫਿਰ ਚੜ੍ਹੇ ਦਿਵਸ ਕਿਵੇਂ ਗੁਰਬਾਣੀ ਗਾਉਣੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਵਿਧੀ ਦੱਸੀ ਹੈ, ਕੁਰਬਾਨੀ ਤਿਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਵੰਦੇ। ਅੰਮ੍ਰਿਤ ਵੇਲੇ ਕਿਵੇਂ ਇਸ਼ਨਾਨ ਕਰਨਾ ਹੈ, ਕਿਵੇਂ ਆਪਣੀ ਚਿੱਤ ਵਿਰਤੀ ਨੂੰ ਇਕਾਗਰ ਕਰਨਾ ਹੈ। ਇਹ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਵਿੱਚੋਂ ਪੜ੍ਹੋ। ਜੇ ਕਿਸੇ ਨੇ ਜੀਵਨ ਜਾਂਚ ਸਿੱਖਣੀ ਹੋਵੇ ਨਾ ਤੇ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਪੜ੍ਹ ਲਵੇ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ ਵੇਦਾਂ ਪੁਰਾਣਾਂ ਵਿੱਚ ਜਿਵੇਂ ਵਿਧੀਆਂ ਦਸੀਆਂ ਸੀ, ਵਿਧੀ ਦੇ ਅਨੁਸਾਰ ਉਹਨਾਂ ਨੇ ਜੰਤਰ ਮੰਤਰ ਪੜ੍ਹੇ ਨੇ। ਦੇਵਤੇ ਸੂਰਜ ਚੰਦਰਮੇ ਇਤਿਆਦਿ ਸਾਰਿਆਂ ਦੇਵਤਿਆਂ ਨੇ। ਪੇਲ ਗਿਆੰਦ ਫਾਸ ਇਹ ਡਾਰੀ। ਮਹਾਰਾਜ ਕਲਗੀਧਰ ਜੀ ਕਹਿੰਦੇ ਸਾਰੇ ਜੰਤਰ ਮੰਤਰ ਪੜ੍ਹ ਕੇ ਨਾ ਇੰਦਰ ਨੇ ਤੇ ਗਿਆੰਦ ਜਿਹੜੇ ਹਾਥੀ ਦੇ ਉੱਪਰ ਉਹ ਬੈਠਦਾ ਏ, ਉਹ ਐਰਾਵਤ ਹਾਥੀ ਨੂੰ ਪੇਲ ਭਜਾ ਕਰਕੇ ਤੇ ਉਹਨੇ ਸੱਪ ਵਾਲੀ ਫਾਈ ਉਹ ਕਲੰਕੇ ਦੇ ਵੱਲ ਨੂੰ ਸੁੱਟੀ ਹੈ
ਉਹਦੇ ਗਲ ਵਿੱਚ ਪਾਉਣਾ ਕੀਤੀ ਹੈ ਕਿਸੇ ਢੰਗ ਦੇ ਨਾਲ। ਮੰਤਰ ਸਖਤ ਸੁਰ ਰਾਨਾ। ਹਾਂ, ਜਦੋਂ ਉਹਦੇ ਗਲ ਵਿੱਚ ਫਾਹੀ ਪੈ ਗਈ ਨਾ ਸੱਪ ਵਾਲੀ ਫਾਹੀ, ਗੁਰੂ ਖਾਲਸਾ ਜੀ ਇੱਕ ਫਾਹੀ ਹੁੰਦੀ ਸੀ, ਉਹ ਰੱਸੇ ਦੇ ਤਾਈਂ ਵਲ ਵਾਲੀ ਗੰਢ ਦਿੱਤੀ ਹੁੰਦੀ ਸੀ। ਤੇ ਪਹਿਲਾਂ ਗੁਰੂ ਖਾਲਸਾ ਜੀ ਦੂਜੇ ਦੇ ਗਲ ਵਿੱਚ ਸੁੱਟ ਦੇਣਾ ਤੇ ਫਿਰ ਉਹ ਰੱਸੇ ਨੂੰ ਖਿੱਚ ਲੈਣਾ ਤੇ ਗਲਾ ਕੁੱਟਿਆ ਜਾਣਾ। ਐਸੀ ਫਾਹੀ ਹੁੰਦੀ ਸੀ। ਤੋ ਕੁਝ ਬਾਹੀਆਂ ਐਸੀਆਂ ਹੁੰਦੀਆਂ ਸੀ ਵੀ ਜਦੋਂ ਉਹਨੂੰ ਸੁੱਟਦੇ ਸਨ ਤੇ ਸੁੱਟ ਕਰਕੇ ਮੰਤਰ ਪੜ੍ਹ ਦਿੰਦੇ ਸਨ ਤੇ ਉਹ ਫਾਹੀ ਸੱਪ ਦਾ ਰੂਪ ਧਾਰਨ ਕਰ ਲੈਂਦੀ ਸੀ। ਤੋ ਇੰਦਰ ਨੇ ਕੀ ਕੀਤਾ ਏ ਵੀ ਪਹਿਲਾਂ ਫਾਹੀ ਸੁੱਟੀ ਹੈ ਤੇ ਫਿਰ ਮੰਤਰ ਪੜ੍ਹ ਦਿੱਤਾ ਏ ਤੇ ਮੰਤਰਾਂ ਦੀ ਸ਼ਕਤੀ ਦੇ ਨਾਲ ਸੁਰ ਰਾਣਾ ਇੰਦਰ ਨੇ, ਜੋ ਸੁਰ ਦੇਵਤਿਆਂ ਦਾ ਰਾਣਾ ਰਾਜਾ ਏ, ਸੁਰ ਰਾਣਾ ਮੈਨੇ ਇੰਦਰ ਨੇ ਮੰਤਰਾਂ ਦੀ ਸ਼ਕਤੀ ਦੇ ਨਾਲ ਤੇ ਉਹਦੇ ਤਾਈਂ ਕਾਬੂ ਕਰ ਲੈਣਾ ਕੀਤਾ ਏ, ਕਲੰਕੇ ਦੈਂਤ ਦੇ ਤਾਈਂ। ਅਰਬੰ ਖਰਬ ਸਰਪ ਇਹ ਕਾਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਫਿਰ ਉਹਨੇ ਮੰਤਰ ਪੜ੍ਹੇ ਨਾ, ਉਹ ਇੱਕ ਫਾਹੀ ਪੈਣ ਦੇ ਨਾਲ, ਉਹਨੂੰ ਕਹਿੰਦੇ ਸਰਪ ਫਾਹੀ, ਉਹ ਸਰਪ ਫਾਹੀ ਪੈਣ ਦੇ ਨਾਲ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਇਹ ਮੈਨੇ ਸੱਪ ਤੇ ਕਾਰੇ ਮੈਨੇ ਕਾਲੇ, ਇਹ ਕਾਰੇ ਇਕੱਠਾ ਹੀ ਪਾਠ ਹੈ ਸੰਬੰਧਕ ਜਿਹਾ। ਉਹ ਕਾਲੇ ਰੰਗ ਦੇ ਅਨੇਕਾਂ ਹੀ ਸੱਪ ਉਹ ਕਲੰਕੇ ਦੈਂਤ ਦੇ ਸਰੀਰ ਉੱਪਰ ਪੈਦਾ ਹੋ ਗਏ ਹਨ। ਬੰਦ ਬੰਦ ਮਹਿ ਲਪਟੇ। ਹਾਂ, ਜਿੱਥੇ ਗੁਰੂ ਖਾਲਸਾ ਜੀ ਬੰਦ ਬਣਦਾ ਹੈ ਨਾ, ਉੱਥੇ ਕਾਲੇ ਰੰਗ ਦੇ ਸੱਪ ਪੈਦਾ ਹੋ ਗਏ ਤੇ ਬੰਦ ਤੇ ਆ ਕੇ ਚੁੰਬੜ ਗਏ ਹਨ। ਐ ਕਲੰਕੇ ਦੇ ਤਾਈਂ ਗੁਰੂ ਖਾਲਸਾ ਜੀ ਜਕੜ ਲੈਣਾ ਕੀਤਾ ਏ ਅੰਗਾਂ ਪ੍ਰਤੰਗਾਂ ਤੋਂ। ਪੂਜਾ ਗਰੀਬ ਅੰਗ ਅੰਗ ਬੇੜੇ। ਬੇੜੇ ਮੈਨੇ ਚੁੰਬੜ ਗਏ ਨੇ ਬਾਹਾਂ ਦੇ ਨਾਲ, ਧੌਣ ਦੇ ਨਾਲ, ਅੰਗਾਂ ਪ੍ਰਤੰਗਾਂ ਦੇ ਨਾਲ। ਤੇ ਆ ਕਰਕੇ ਚੰਗਾ ਗੁਰੂ ਖਾਲਸਾ ਜੀ ਕਲੰਕੇ ਦੇ ਤਾਈਂ ਪਕੜ ਲੈਣਾ ਕੀਤਾ ਏ। ਚੰਗੇ ਉਹਦੇ ਨਾਲ ਆ ਕਰਕੇ ਸੱਪ ਚੰਬੜ ਗਏ ਹਨ। ਰੋਮ ਰੋਮ ਮਹਿ ਚਪਟੇ। ਮਹਾਰਾਜ ਕਲਗੀਧਰ ਜੀ ਕਹਿੰਦੇ ਵਾਲਾਂ ਵਿੱਚ, ਸਰੀਰ ਦੇ ਉੱਪਰ ਜਿੱਥੇ ਜਿੱਥੇ ਵਾਲ ਨੇ ਉੱਥੇ ਸੱਪ ਚੁੰਬੜ ਗਏ ਨੇ। ਭਾਵ ਸਾਰੇ ਹੀ ਸਰੀਰ ਦੇ ਉੱਪਰ ਆ ਕਰਕੇ ਸੱਪਾਂ ਨੇ ਘੇਰਾ ਘੱਤ ਲੈਣਾ ਕੀਤਾ ਇਹ ਆਪਣੇ ਲਪੇਟ ਮਾਰ ਕੇ ਤੇ ਚੰਗਾ ਕਲੰਕੇ ਦੇ ਤਾਈਂ ਜਕੜ ਲੈਣਾ ਕੀਤਾ ਏ। ਪੰਨਗ ਦੀਹ ਅਜਗਰ ਵਪ ਦਾਰੁਨ। ਮਹਾਰਾਜ ਕਲਗੀਧਰ ਜੀ ਕਹਿੰਦੇ ਛੋਟੇ ਸੱਪ, ਦੀਹ ਵੱਡੇ ਸੱਪ, ਅਜਗਰ ਜਿਹੜੇ ਬੱਕਰੀ ਨੂੰ ਖਾ ਜਾਂਦੇ ਨੇ, ਅੱਜ ਨਾਮ ਬੱਕਰੀ ਦਾ ਏ, ਗਰ ਮੈਨੇ ਨਿਗਲਣ ਦਾ, ਜੋ ਆਪਣੇ ਮੂੰਹ ਦੇ ਵਿੱਚ ਪਾ ਕੇ ਇੱਕੇ ਵਾਰ ਬੱਕਰਾ ਹੀ ਅੰਦਰ ਨਿਗਾਹ ਲੈਣ, ਉਹਨੂੰ ਅਜਗਰ ਕਹਿੰਦੇ ਹੈ। ਏਡੇ ਵੱਡੇ ਸੱਪ ਜਿਨ੍ਹਾਂ ਦੇ ਬੜੇ ਭਿਆਨਕ ਸਰੀਰ ਸਨ ਉਹ ਆ ਕਰਕੇ ਕਲੰਕੇ ਨੂੰ ਚੰਬੜ ਗਏ ਹਨ। ਸ਼ਰਵਣ ਨਾਸਕਾ ਅਟਕੇ। ਮਹਾਰਾਜ ਕਲਗੀਧਰ ਜੀ ਕਹਿੰਦੇ ਕੰਨ ਕੀ ਹੈ, ਨੱਕ ਕੀ ਹੈ, ਇਹ ਵੀ ਖਾਲੀ ਨਹੀਂ ਛੱਡਿਆ, ਇੱਥੇ ਵੀ ਸੱਪ ਚੰਬੜ ਗਏ ਹਨ। ਗੁਦਾ ਗਰੀਬ ਬਾਂਧ ਨਿਜ ਬਸ ਕਰ। ਹਾਂ, ਜਦੋਂ ਇੰਦਰ ਨੇ ਵੇਖਿਆ ਨਾ ਵੀ ਮੇਰੇ ਬਸ ਹੋ ਗਿਆ ਏ, ਹੁਣ ਇਹਨੂੰ ਸੱਪਾਂ ਨੇ ਜਕੜ ਲਿਆ ਏ। ਅੱਗੇ ਦੇ ਗੁਰੂ ਖਾਲਸਾ ਜੀ ਨੱਕ ਦੇ ਨਾਲ ਸਾਹ ਲੈਂਦਾ ਸੀ ਤੇ ਜਿੰਨੇ ਦੇਵੀ ਦੇਵਤੇ ਹੁੰਦੇ ਸੀ ਉਹਨਾਂ ਨੂੰ ਮੂੰਹ ਅੱਡ ਕੇ ਦੇ ਮੂੰਹ ਵਿੱਚ ਲੈ ਜਾਂਦਾ ਸੀ, ਉਹਨਾਂ ਨੂੰ ਖਾ ਲੈਂਦਾ ਸੀ। ਉਹ ਸੱਪ ਜਿਹੜੇ ਨੇ ਉਹਨਾਂ ਨੇ ਨੱਕ ਨੂੰ ਆ ਕੇ ਚੁੰਬੜ ਜਾਣਾ ਕੀਤਾ ਹੈ, ਮੂੰਹ ਨੂੰ ਚੁੰਬੜ ਜਾਣਾ ਕੀਤਾ ਹੈ। ਇਧਰੋਂ ਕੰਨਾਂ ਤੋਂ ਉਹਨੇ ਫੜਿਆ, ਇੱਕ ਕੰਨ ਨੂੰ ਸੱਪ ਨੇ ਠੋਡੀ ਦਾਣੀ ਹੋ ਕਰਕੇ ਤੇ ਦੂਜੇ ਕੰਨ ਨੂੰ ਫੜ ਲਿਆ, ਮੂੰਹ ਅੱਡਿਆ ਹੀ ਨਹੀਂ ਜਾਂਦਾ। ਉਹ ਨੱਕ ਨੂੰ ਆ ਕੇ ਲਪੇਟ ਮਾਰ ਲਿਆ, ਸਾਹ ਹੀ ਨਹੀਂ ਲਿਆ ਜਾਂਦਾ, ਉਹਨੇ ਸਾਹ ਕਿੱਥੋਂ ਤਾਂ ਨੂੰ ਖਿੱਚਣਾ ਹੈ। ਇਦਾਂ ਜਦੋਂ ਵੇਖਿਆ ਨਾ ਇੰਦਰ ਨੇ ਵੀ ਚੰਗਾ ਹੁਣ ਜਕੜਿਆ ਗਿਆ ਏ, ਤੇ ਮਹਾਰਾਜ ਕਲਗੀਧਰ ਜੀ ਕਹਿੰਦੇ ਫਿਰ ਉਹਨੇ ਜਿਹੜੀ ਫਾਹੀ ਪਾਈ ਸੀ ਨਾ, ਧੌਣ ਵਿੱਚ ਪਾਈ ਸੀ ਤੇ ਜੰਗਾਂ ਦੇ ਵਿੱਚੋਂ ਦੀ, ਚੱਡਿਆਂ ਦੇ ਵਿੱਚੋਂ ਦੀ ਕਰਕੇ ਨਾ ਧੌਣ ਠਾਹ ਨੂੰ ਖਿੱਚੀ ਗਈ ਤੇ ਚੱਡਿਆਂ ਦੇ ਵਿੱਚੋਂ ਦੀ ਪਾ ਕੇ ਪਿਛਾਂਹ ਨੂੰ ਖਿੱਚ ਕੇ ਤੇ ਫਿਰ ਧੌਣ ਦੇ ਨਾਲ ਉਹ ਫਾਹੀ ਬੰਨ੍ਹ ਕੇ ਉਹਨੂੰ ਚੰਗਾ ਜਕੜ ਲੈਣਾ ਕੀਤਾ ਹੈ। ਭਾਵ ਉਹਦੀ ਧੌਣ ਜਿਹੜੀ ਪੱਟਾਂ ਦੇ ਨਾਲ ਲਾ ਦਿੱਤੀ ਹੈ ਤੇ ਇਦਾਂ ਚੰਗਾ ਉਹਨੂੰ ਜਕੜ ਕਰਕੇ ਤੇ ਉਹਨੂੰ ਬੰਨ ਲੈਣਾ ਕੀਤਾ ਹੈ ਆਪਣੇ ਬਸ ਕਰਕੇ। ਪੋਹ ਮਨ ਸਾਚਰ ਪਟਕੇ। ਹਾਂ, ਬਸ ਮੈਨੇ ਅਧੀਨ ਕਰਕੇ ਨਾ ਆਪਣੇ ਤੇ ਫੜ ਕੇ ਪਟਕਾ ਕੇ ਉਹਨੂੰ ਧਰਤੀ ਤੇ ਮਾਰਿਆ ਏ।
ਜਿਹੜਾ ਕਲੰਕਾ ਦੈਂਤ ਦੇਵਤਿਆਂ ਦੇ ਉੱਪਰ ਆਤੰਕ ਮਚਾਉਂਦਾ ਪਿਆ ਸੀ। ਬਿਆਲ ਫਾਸ ਭਇਓ ਜੇਰ ਨਿਸਾਚਰ। ਮਹਾਰਾਜ ਕਲਗੀਧਰ ਜੀ ਕਹਿੰਦੇ ਸੱਪ ਦੀ ਫਾਹੀ ਪਾਈ ਹੈ ਤੇ ਸੱਪ ਦੀ ਫਾਹੀ ਕਰਕੇ ਉਹ ਅਧੀਨ ਹੋ ਗਿਆ ਏ, ਦੇਵਤਿਆਂ ਦੀ ਕੈਦ ਵਿੱਚ ਆ ਗਿਆ ਏ ਕਲੰਕਾ ਦੈਂਤ। ਮੰਤਰ ਸਖਤ ਬਸ ਕੀਨਾ। ਹਾਂ, ਮੰਤਰਾਂ ਦੀ ਸ਼ਕਤੀ ਦੇ ਨਾਲ ਇੰਦਰ ਨੇ ਉਹਨੂੰ ਵਸ ਕੀਤਾ ਏ। ਮਹਾਰਾਜ ਕਲਗੀਧਰ ਜੀ ਕਹਿੰਦੇ ਜੇ ਕੋਈ ਸੂਰਮਗਤੀ ਨਾ ਚਾਹੁੰਦਾ ਤੇ ਫੇਰ ਨਹੀਂ ਸੀ ਉਹਨੇ ਵਸ ਆਉਣਾ। ਮੰਤਰ ਪੜ ਪੜ ਕੇ ਮੰਤਰਾਂ ਦੀ ਸ਼ਕਤੀ ਨਾਲ ਉਹਨੂੰ ਆਪਣੇ ਅਧੀਨ ਕੀਤਾ ਏ। ਗਦਾ ਗੁਰਜ ਕੀ ਮਾਰ ਕਨੇਰੀ। ਹਾਂ, ਜਦੋਂ ਧਰਤੀ ਦੇ ਸੁੱਟ ਲਿਆ ਨਾ ਉਹਨੂੰ ਨਰੜ ਕਰਕੇ ਜਕੜ ਕਰਕੇ ਤੇ ਫੇਰ ਉਹਦੇ ਉੱਪਰ ਬੜੀ ਗਦਾ ਤੇ ਗੁਰਜਾਂ ਦੀ ਮਾਰ ਕੀਤੀ ਹੈ। ਉਹਦੇ ਹੁਣ ਦੱਸ, ਬੜਾ ਗੱਜਦਾ ਸਾਂ, ਬੜਾ ਸਾਹ ਲੈ ਕੇ ਇਹਦੇ ਮੂੰਹ ਦੇ ਵਿੱਚ ਦੇਵਤਿਆਂ ਨੂੰ ਖਿੱਚ ਖਿੱਚ ਕੇ ਮਾਰਦਾ ਸਾਂ, ਹੁਣ ਸਾਹ ਲਓ। ਉਹ ਸੱਪ ਜਿਹੜੇ ਨੇ ਨੱਕ ਹੋਰ ਕੱਸੀ ਜਾਂਦੇ ਨੇ, ਇੱਕ ਕੰਨ ਤੋਂ ਲਵੇਟਾ ਮਾਰ ਕੇ ਠੋਡੀ ਦਾਣੀ ਹੋ ਕੇ ਤੇ ਫੇਰ ਦੂਜੇ ਕੰਨ ਨੂੰ ਲਵੇਟਾ ਮਾਰਿਆ, ਮੂੰਹ ਅੱਡਣ ਨਹੀਂ ਦਿੰਦੇ ਸੱਪ, ਹੋਰ ਜਕੜੀ ਜਾਂਦੇ ਨੇ ਤੇ ਦੇਵਤੇ ਗਾਲਾਂ ਕੱਢਦੇ ਨੇ ਤੇ ਨਾਲ ਗੁਰਜਾਂ ਦੀ ਮਾਰ ਕਰਦੇ ਪਏ ਨੇ। ਚੋਟ ਚਪੇਟ ਬਹੁ ਦੀਨਾ। ਮਹਾਰਾਜ ਕਲਗੀਧਰ ਜੀ ਕਹਿੰਦੇ ਬੜੀਆਂ ਚਪੇੜਾਂ ਮਾਰੀਆਂ ਨੇ, ਚਪੇੜਾਂ ਦੀ ਬਹੁਤੀ ਚੋਟ ਦਿੱਤੀ ਹੈ, ਸ਼ਸਤਰਾਂ ਦੀ ਚੋਟ ਦਿੱਤੀ ਹੈ, ਬੜੇ ਵਾਰ ਕੀਤੇ ਨੇ, ਬਹੁਤੀਆਂ ਚਪੇੜਾਂ ਦੇਣੀਆਂ ਕੀਤੀਆਂ ਨੇ, ਚਪੇੜੇ ਟੱਕਰ ਗਏ ਦੇਵਤੇ। ਕਈਆਂ ਨੇ ਤੇ ਸ਼ਸਤਰਾਂ ਦੀ ਚੋਟ ਦਿੱਤੀ, ਵਾਰ ਮਾਰੇ ਨੇ, ਚੋਟ ਨਾ ਵਾਰਦਾ ਹੈ। ਕਈਆਂ ਨੇ ਤੇ ਸ਼ਸਤਰਾਂ ਦੇ ਵਾਰ ਮਾਰੇ ਨੇ ਤੇ ਕਈਆਂ ਨੇ ਸ਼ਸਤਰ ਰੱਖ ਦਿੱਤੇ, ਜਿਹੜੇ ਅੱਕੇ ਸੀ ਨਾ ਜ਼ਿਆਦਾ, ਉਹ ਵਿੱਚ ਚਪੇੜੇ ਟੱਕਰ ਪਏ ਨੇ। ਕਹਿੰਦੇ ਹੁਣ ਕੂ ਬੜਾ ਜੰਗ ਦੇ ਮੈਦਾਨ ਦੇ ਵਿੱਚ ਸਾਨੂੰ ਤੂੰ ਤਾਇਆ ਸੀ। ਸਿਥਲ ਅੰਗ ਸਭ ਭਇਓ ਨਿਸਾਚਰ। ਮਹਾਰਾਜ ਕਲਗੀਧਰ ਜੀ ਕਹਿੰਦੇ ਦੈਂਤ ਦੇ ਸਾਰੇ ਅੰਗ ਕਮਜ਼ੋਰ ਹੋ ਗਏ, ਉਹਦਾ ਆਸਣ ਲੱਗ ਗਿਆ ਹੈ ਤੇ ਉਹ ਗੁਰੂ ਖਾਲਸਾ ਜੀ ਏਦਾਂ ਹੋ ਗਿਆ ਜਿਵੇਂ ਕੋਈ ਸੁੱਤਾ ਹੋਵੇ। ਬਾਂਧ ਸੰਗਲੀ ਲੀਨਾ। ਹਾਂ, ਸੰਗਲੀ ਸੰਗਲ ਲੈ ਕੇ ਗਏ ਸੀ ਨਾ, ਉਹਨੂੰ ਸੰਗਲਾਂ ਦੇ ਨਾਲ ਫਿਰ ਬੰਨ ਲੈਣਾ ਕੀਤਾ, ਨਰੜ ਲੈਣਾ ਕੀਤਾ। ਸੰਗਲੀ ਬਿੰਦੀ ਲੱਗੀ ਹੋਈ ਹੈ, ਭਾਵ ਬਹੁਤੇ ਸੰਗਲਾਂ ਦੇ ਨਾਲ ਉਹਨੂੰ ਨਰੜ ਲੈਣਾ ਕੀਤਾ ਹੈ। ਜੇ ਇਕੱਲਾ ਸੰਗਲੀ ਹੋਵੇ ਤੇ ਫਿਰ ਛੋਟੀ ਜੀ ਸੰਗਲੀ ਜਿਹਦੇ ਨਾਲ ਕੁੱਤੇ ਬੰਨ੍ਹਦੇ ਨੇ, ਇਹ ਹੈ ਸੰਗਲੀ, ਬਹੁਤੇ ਸੰਗਲ, ਸੰਗਲਾਂ ਦੇ ਨਾਲ ਉਹਨੂੰ ਬੰਨ ਲੈਣਾ ਕੀਤਾ ਹੈ। 60 ਸਹੰਸਰ ਸੰਦੂਕਨ ਮੁੰਦਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਫਿਰ ਜਿਹੜੇ 60,000 ਸੰਦੂਕ ਖੜੇ ਸੀ ਨਾ ਗੱਡੇ ਤੇ ਲੱਦ ਕੇ ਉਹਦੇ ਚ ਪਾਤਾ। ਪਹਿਲਾਂ ਇੱਕ ਸੰਦੂਕ ਵਿੱਚ ਪਾਇਆ, ਉਹਨੂੰ ਬੰਦ ਕੀਤਾ, ਉਹ ਸੰਦੂਕ ਦੂਜੇ ਸੰਦੂਕ ਵਿੱਚ, ਦੂਜਾ ਸੰਦੂਕ ਤੀਜੇ ਸੰਦੂਕ ਵਿੱਚ, ਤੀਜਾ ਚੌਥੇ ਵਿੱਚ, ਫਿਰ 100 ਵਾਲਾ ਸੰਦੂਕ 101 ਵਾਲੇ ਸੰਦੂਕ ਚ, ਇਦਾਂ ਕਰਕੇ 60,000 ਸੰਦੂਕਾਂ ਵਿੱਚ ਉਹਨੂੰ ਬੰਦ ਕੀਤਾ। ਉਹ ਸੰਦੂਕ ਇਦਾਂ ਜਾਪਦੇ ਸੀ ਜਿਹੜੇ ਗੱਡਿਆਂ ਤੇ ਲੱਦ ਕੇ ਖੜੇ ਸੀ, ਜਿੱਦਾਂ ਕੋਈ ਪਹਾੜ ਹੋਵੇ, ਏਡੇ ਏਡੇ ਵੱਡੇ ਸੰਦੂਕ ਸਨ। ਉਹਨਾਂ ਦੇ ਉੱਪਰ ਉਹਨੂੰ ਬੰਦ ਕਰ, ਉਹਨਾਂ ਦੇ ਵਿੱਚ ਉਹਨੂੰ ਬੰਦ ਕਰ ਦੇਣਾ ਕੀਤਾ। ਡਾਰ ਸਿੰਧ ਮਹਦੀਨਾ। ਮਹਾਰਾਜ ਕਲਗੀਧਰ ਜੀ ਕਹਿੰਦੇ ਫਿਰ ਉਹਨੂੰ ਸਮੁੰਦਰ ਵਿੱਚ ਸੁੱਟ ਦਿੱਤਾ। ਮਰਿਆ ਨਹੀਂ ਉਹ ਕਲੰਕਾ, ਉਹਨੂੰ ਬੰਨ ਕੇ ਸੁੱਟਿਆ ਏ। ਉਹਨਾਂ ਦੇ ਮਨ ਵਿੱਚ ਡਰ ਸੀ ਵੀ ਕਿਤੇ ਜੀਂਦਾ ਨਾ ਹੋ ਜਾਵੇ। ਸੱਪਾਂ ਨੇ ਉਹਨੂੰ ਐ ਚੰਗੀ ਤਰ੍ਹਾਂ ਨਰੜਿਆ ਹੋਇਆ ਹੈ ਤੇ ਐ ਸੰਗਲਾਂ ਦੇ ਨਾਲ ਬੱਧਾ ਹੋਇਆ। ਹੁਣ ਤੱਕ ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਉਹ ਸਮੁੰਦਰ ਦੇ ਵਿੱਚ ਪਿਆ ਹੈ, ਅੱਜ ਤੱਕ ਪਿਆ ਹੈ। ਮਹਾਰਾਜ ਸਾਹਿਬ ਜੀ ਨੇ ਇਹ ਕਥਾ ਲਿਖੀ ਹੈ। ਅੱਗੇ ਹੁਣ ਜਿਵੇਂ ਕਥਾ ਆਵੇਗੀ ਉਹ ਕੱਲ ਦੀ ਕਥਾ ਵਿੱਚ ਆਪ ਜੀ ਸਰਵਣ ਕਰਿਓ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਸਿਥਲ ਅੰਗ ਸਭ ਭਇਓ ਨਿਸਾਚਰ, ਬਾਂਧ ਸੰਗਲੀ ਲੀਨਾ। 60 ਸਹੰਸਰ ਸੰਦੂਕਨ ਮੁੰਦਿਓ, ਡਾਰ ਸਿੰਧ ਮਹਦੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।